अर्जन बिगनन के नासक बिगनन के नासक हर गोबिंद सब सो मत परकासक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह बिसाला तरु तरा तर पुन पुन सीसा पुन पुन सीसा बंदो बार बार जगदीसा जिसमें अमृत ज्ञान है मानिक भगत बैराग श्री गुरु ग्रंथ साहिब उदद बंदो कर अनुराग गुर का शब्द कमाए जिन जीते पंच विकार तिन संतन को बंदना सिर चरणन परदा एक ओंकारा सतगुरु तै प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लियो तुम कथा सुधार हम ना सकत कर सिफत तुम्हारी आप लियो तुम कथा सुधारी। सतनाम श्री वाहिगुरु साहिब जीओ दोहरा तब दरगह कोपी भई पर दिल्ली मुहम्मद शाह तुरकन लड़के मुकन को भेजो नादर शाह तब दरगह कोपी भई पर दिल्ली मुहम्मद शाह। परम सत्कारयोग सतਿਗੁਰੂ ਸੱਚੇ ਪਾਤਸ਼ਾਹ जी की साजी निवाजी गुरु साध संगत जी बहुत ही ਵੱਡੇ ਭਾਗਾਂ ਵਾਲੇ ਹਾਂ ਆਪਾਂ ਸਾਰੇ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਵੱਲੋਂ ਜੋ ਇਤਿਹਾਸ ਸਿੱਖ ਇਤਿਹਾਸ ਲਿਖਿਆ ਗਿਆ ਹੈ ਉਸ ਦੀ ਵਿਚਾਰ ਲੜੀਵਾਰ ਚੱਲ ਰਹੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਬਹੁਤ ਪਿਆਰ ਦੇ ਨਾਲ ਸਿੰਘ ਸਾਹਿਬ ਭਾਈ ਬਾਬਾ ਸੁਰਜੀਤ ਸਿੰਘ ਜੀ ਮੁਰਾਲੇ ਵਾਲੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਇਤਿਹਾਸ ਸਰਵਣ ਕਰਾਇਆ ਬਹੁਤ ਹੀ ਜੋਸ਼ ਵਿੱਚ ਬਹੁਤ ਹੀ ਸਿੱਖਾਂ ਦੇ ਗੁਰਮਤਿ ਅਨੁਸਾਰ ਵਿਚਾਰ ਬਖਸ਼ਦਿਆਂ ਵਿਚਾਰ ਸਰਵਣ ਕਰਾਈ। ਆਓ ਨਾਦਰ ਸ਼ਾਹ ਜੋ ਖਾਨ ਬਹਾਦਰ ਹੈ ਲਾਹੌਰ ਦਾ ਉਹ ਬਹਾਦਰ ਸ਼ਾਹ ਨੂੰ ਸੱਦ ਰਿਹਾ ਹੈ ਉਹਨੇ ਸੱਦਿਆ ਤੇ ਲਾਹੌਰ ਆਏ ਹੈ ਉਹਦਾ ਜ਼ਿਕਰ ਕਰ ਰਹੇ ਨੇ ਤੇ ਆਓ ਇਸ ਦੋਹਰੇ ਨੂੰ ਫੇਰ ਇੱਕ ਵਾਰ ਪਿਆਰ ਨਾਲ ਸਰਵਣ ਕਰਿਓ।
ਇਤਿਹਾਸ ਬਹੁਤ ਜ਼ਰੂਰੀ ਹੈ ਸਰਵਣ ਕਰਨਾ। ਜਿਹਦੇ ਨਾਲ ਸਿੱਖਾਂ ਦਾ ਪਿੱਛੇ ਕੀ ਹੋਇਆ, ਕਿਵੇਂ ਸਾਡੇ ਨਾਲ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਕਲਮਬੰਦ ਕੀਤਾ ਹੈ। ਉਸ ਤੋਂ ਉਪਰੰਤ ਬੰਦਾ ਬਹਾਦਰ ਸਾਹਿਬ ਦਾ ਜ਼ਿਕਰ ਇਸ ਇਤਿਹਾਸ ਦੇ ਵਿੱਚ ਵੀ ਆਇਆ ਤੇ ਪਿਛਲੇ ਇਤਿਹਾਸ ਵਿੱਚ ਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਕਿਵੇਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਬੰਦਾ ਬਹਾਦਰ ਨੂੰ ਕਲਗੀਧਰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਛਕਾ ਕੇ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਦਾ ਨਾਮ ਰੱਖਿਆ। ਪੁੰਛ ਦਾ ਇਹ ਰਹਿਣ ਵਾਲਾ ਸੀ। ਕਿਵੇਂ ਮਹਾਰਾਜ ਨੇ ਕਲਗੀਧਰ ਪਾਤਸ਼ਾਹ ਨੇ ਜਾਦੂ ਟੋਣਿਆਂ ਤੋਂ ਇਹਨੂੰ ਬਾਹਰ ਕੱਢਿਆ। 52 ਵੀਰ ਇਹਨੇ ਬਸ ਕਰ ਰੱਖੇ ਸੀ। ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਛਕਾਈ। 5 ਸਿੰਘ 5 ਤੀਰ ਸ਼ਸਤਰ ਹੋਰ 5 ਬਖਸ਼ਿਸ਼ ਕੀਤੇ ਮਹਾਰਾਜ ਨੇ ਤੇ ਸਰਹੰਦ ਵੱਲ ਤੋਰਿਆ ਮਹਾਰਾਜ। ਉਹ ਸਾਰਾ ਇਤਿਹਾਸ ਫਿਰ ਆਪ ਜੀ ਨੇ ਸਰਵਣ ਕੀਤਾ। ਲੜੀਵਾਰ ਭਾਈ ਸਾਹਿਬ ਭਾਈ ਸਿੰਘ ਸਾਹਿਬ ਭਾਈ ਕਪੂਰ ਸਿੰਘ ਜੀ ਤੱਕ ਕਿਵੇਂ ਉਹਨਾਂ ਨੂੰ ਨਵਾਬੀ ਬਖਸ਼ੀ। ਇਹ ਇਤਿਹਾਸ ਤੋਂ ਬਾਅਦ ਭਾਈ ਸਾਹਿਬ ਭਾਈ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਾ ਜ਼ਿਕਰ ਆਪ ਜੀ ਨੇ ਸਰਵਣ ਕੀਤਾ। ਆਓ ਇਸ ਦੇ ਹੀ ਲੜੀ ਦੇ ਵਿੱਚ ਅੱਗੇ ਚੱਲ ਰਹੀ ਹੈ ਇਤਿਹਾਸ ਦੀ ਕੜੀ। ਪਿਆਰ ਨਾਲ ਸਰਵਣ ਕਰੋ ਜੀ। ਤਬ ਦਰਗਹਿ ਕੋਪੀ ਭਈ ਪਰ ਦਿੱਲੀ ਮੁਹੰਮਦ ਸ਼ਾਹ। ਦਿੱਲੀ ਦੇ ਵਿੱਚ ਬਹੁਤ ਹੀ ਇਹ ਰਾਜਧਾਨੀ ਮੰਨੀ ਜਾਂਦੀ ਸੀ। ਇੱਥੇ ਬਹੁਤ ਵੱਡਾ ਇਹਨਾਂ ਦੇ ਵਿੱਚ ਕਰੋਪ ਆਇਆ। ਦਿੱਲੀ ਸਲਤਨਤ ਦੇ ਵਿੱਚ ਉਸ ਵੇਲੇ ਸ਼ਾਹ ਆਲਮ ਦੂਜਾ ਰਹਿੰਦਾ ਸੀ, ਉਹ ਰਾਜ ਕਰਦਾ ਸੀ। ਉਹਨਾਂ ਦਾ ਹੁਣ ਜ਼ਿਕਰ ਹੋਇਆ ਤੇ ਉਹਨਾਂ ਨੇ ਹੁਣ ਆਪਣੀ ਮੀਟਿੰਗ ਸੱਦੀ ਹੈ ਤੇ ਕੀ ਕਹਿੰਦੇ ਹਨ? ਤੁਰਕਨ ਲੜਕੇ ਮੁਕਨ ਕੋ ਭੇਜਿਓ ਨਾਦਰ ਸ਼ਾਹ। ਕਹਿੰਦੇ ਤੁਰਕਾਂ ਨੂੰ ਖਤਮ ਕੀਤਾ ਜਾ ਰਿਹਾ ਤੇ ਨਾਦਰ ਸ਼ਾਹ ਨੂੰ ਭੇਜਿਆ। ਇਹਨਾਂ ਨੇ ਸੱਦਿਆ ਤੇ ਹੁਣ ਨਾਦਰ ਸ਼ਾਹ ਇੱਧਰ ਆ ਰਿਹਾ ਲਾਹੌਰ ਤੇ ਦਿੱਲੀ ਵੱਲ। ਇਹ ਜ਼ਿਕਰ ਕਰ ਰਹੇ ਨੇ ਜੀ। ਚੌਪਾਈ ਜਬ ਨਾਦਰ ਸ਼ਾਹ ਪੁਜਿਓ ਲਾਹੌਰ। ਜਿਸ ਵੇਲੇ ਨਾਦਰ ਸ਼ਾਹ ਪਹਿਲਾਂ ਲਾਹੌਰ ਪੁੱਜਿਆ, ਖਾਨ ਬਹਾਦਰ ਮਿਲ ਗਇਓ ਔਰ। ਇਹ ਖਾਨ ਬਹਾਦਰ ਜਿਹੜਾ ਲਾਹੌਰ ਦਾ ਸੂਬੇਦਾਰ ਸੀ, ਇਹ ਅੱਗੇ ਹੋ ਕੇ ਮਿਲਿਆ ਹੈ। 3 ਕੋਟ ਸਿਰ ਰੁਪਈਓ ਚੁਕਾਈ। 3 ਕਰੋੜ ਰੁਪਇਆ ਇਹਨੇ ਆਪਣੇ ਸਿਰ ਤੇ ਚੱਕ ਕੇ ਇਹਨੂੰ ਖਰਚੇ ਵਾਸਤੇ ਆਪਣੇ ਸਿਰ ਤੇ ਇਸ ਨੇ ਕਰਜ਼ਾ ਲਿਆ। ਸਿੰਘਣ ਦਿਲੇ ਵਧਾਈ ਭਾਈ। ਕਹਿੰਦੇ ਭਾਈ ਸਿੰਘਾਂ ਨੂੰ ਕਹਿੰਦੇ ਇੱਕ ਦੂਜੇ ਨੂੰ ਜਿਸ ਵੇਲੇ ਪਤਾ ਲੱਗਿਆ, ਉਹਨਾਂ ਨੇ ਜੀਵਨ ਦੇ ਵਿੱਚ ਆਪਣੀ ਹੁਣ ਇੱਕ ਦੂਜੇ ਨੂੰ ਵਧਾਈ ਦਿੱਤੀ ਹੈ। ਔਰ ਜਗਤ ਮੈਂ ਪਰ ਗਇਓ ਸ਼ੋਰ। ਕਹਿੰਦੇ ਜਗਤ ਵਿੱਚ ਸਾਰੇ ਸ਼ੋਰ ਪੈ ਗਿਆ ਕਿ ਨਾਦਰ ਸ਼ਾਹ ਆ ਗਿਆ, ਭਾਈ ਨਾਦਰ ਸ਼ਾਹ ਆ ਗਿਆ। ਲਾਗੇ ਸਿੰਘ ਕਰਨ ਫਿਰ ਦੌਰ। ਕਹਿੰਦੇ ਫਿਰ ਸਿੰਘ ਉਹਨਾਂ ਨੇ ਆਪਣੇ ਦੌਰੇ ਸ਼ੁਰੂ ਕਰਤੇ। ਸੁਚੇਤ ਹੋ ਕੇ ਪੱਬਾਂ ਤੇ ਆ ਗਏ ਆਪਣੇ। ਉਸ ਵੇਲੇ ਸਿੰਘਾਂ ਦੀ ਮਿਸਲਾਂ ਸਨ, ਮਿਸਲਾਂ ਹੋ ਰਹੀਆਂ ਨੇ, ਇਕੱਠੇ ਹੋ ਰਹੇ ਨੇ, ਵੱਖਰੇ ਵੱਖਰੇ ਜਗ੍ਹਾ ਦੇ ਉੱਤੇ ਸਿੰਘ ਫੈਲ ਗਏ ਨੇ। ਕਾਬਲ ਤੇਜੋ ਆਵੈ ਸਾਥ। ਕਹਿੰਦੇ ਜਿਹੜਾ ਕਾਬਲ ਤੋਂ ਸਾਥ ਲੈ ਕੇ ਆਇਆ ਸੀ, ਤਿਸੈ ਸਿੰਘ ਮਿਲ ਮਾਰੇ ਹੱਥ। ਉਹਨਾਂ ਨੂੰ ਸਿੰਘਾਂ ਨੇ ਫਿਰ ਲੁੱਟ ਲਿਆ। ਜੋ ਨਾਦਰ ਸ਼ਾਹ ਲੈ ਕੇ ਆ ਰਿਹਾ ਸੀ ਨਾ ਜੀ, ਉਹਨੇ ਆਪਣੇ ਨਾਲ ਹੋਰ ਵੀ ਸਮਾਨ ਲਿਆਂਦਾ ਸੀ, ਉਹ ਸਿੰਘਾਂ ਨੇ ਉਸ ਤੇ ਹੱਥ ਪਾ ਲਿਆ। ਦੋਹਰਾ ਤਬੈ ਖਾਲਸਾ ਦਾਉ ਲਗੋ ਖੁਸੈ ਖਾਹੇ ਸਰਬਤ। ਕਹਿੰਦੇ ਖਾਲਸਾ ਨੂੰ ਜਿਸ ਵੇਲੇ ਮੌਕਾ ਲੱਗਿਆ ਨਾ ਜੀ, ਉਹਨਾਂ ਨੇ ਇਹਨਾਂ ਨੂੰ ਲੁੱਟਿਆ। ਇਹਨਾਂ ਤੋਂ ਫਿਰ ਜਿਹੜਾ ਸਮਾਨ ਇਕੱਠਾ ਹੋਇਆ ਉਹ ਵੰਡ ਲਿਆ। ਉਸ ਵੇਲੇ ਛੋਟੀਆਂ ਛੋਟੀਆਂ ਟੁਕੜੀਆਂ ਹੁੰਦੀਆਂ ਸਨ। ਧਿਆਨ ਰੱਖਿਓ, ਮੁਸਲਮਾਨਾਂ ਨੇ ਸਿੱਖਾਂ ਦੇ ਉੱਤੇ ਬਹੁਤ ਅਤਿਆਚਾਰ ਕੀਤਾ ਸੀ, ਬਹੁਤ ਅਤਿਆਚਾਰ। ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਤੁਸੀਂ ਅੰਦਾਜ਼ਾ ਲਗਾਓ, 700 ਤਾਂ ਜਿਉਂਦੇ ਫੜ ਕੇ ਲੈ ਗਏ
ਰੋਜ਼ ਇੱਕ ਸਿੰਘ ਨੂੰ ਸ਼ਹੀਦ ਕਰਦੇ। ਧਿਆਨ ਆਏ 3000 ਤੋਂ ਵੱਧ ਸਿੱਖਾਂ ਦੇ ਸਿੰਘਾਂ ਦੇ ਸਿਰ ਗੱਡਿਆਂ ਦੇ ਵਿੱਚ ਸਨ। ਧਿਆਨ ਦਿੱਲੀ ਤੋਂ ਲੈ ਕੇ ਤੁਸੀਂ ਲਗਾਓ ਅੰਦਾਜ਼ਾ ਲਾਹੌਰ ਤੱਕ ਦਰਖਤਾਂ ਦੇ ਉੱਤੇ ਸਿੰਘਾਂ ਦੇ ਸਿਰ ਟੰਗੇ ਹੋਏ ਸੀ। ਇੱਥੇ ਤੱਕ ਸੀ ਕਿ ਬੀਬੀਆਂ ਦੇ ਸਿਰ ਕੱਟ ਕੇ ਲਿਆਉਂਦੇ ਤੇ ਉਹ ਕਹਿੰਦੇ ਕਿ ਇਸ ਕੇਸ ਹੁੰਦੇ ਸੀ ਬੀਬੀਆਂ ਦੇ, ਤੇ ਉਹਨਾਂ ਦੇ ਸਿਰ ਕੱਟ ਕੇ ਨਾ ਦਰਖਤਾਂ ਤੇ ਟੰਗ ਦਿੰਦੇ ਕਿ ਅਸੀਂ ਸਿੱਖਾਂ ਦੇ ਸਿਰ ਲੈ ਕੇ ਆਏ। ਅਤਿਆਚਾਰ ਬਹੁਤ ਕੀਤਾ ਹੋਇਆ ਸੀ। ਕਾਬਲ ਔ ਕੰਧਾਰ ਕੋ ਲਾਹੌਰ ਦਿੱਲੀ ਅਲਬਤ। ਕਾਬਲ ਤੋਂ ਲਾਹੌਰ ਤੇ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਕਹਿੰਦੇ ਸਾਰੇ ਹੀ ਇਕੱਠੇ ਹੋ ਗਏ। ਚੌਪਾਈ ਜੋ ਦਿੱਲੀਓਂ ਵੱਲ ਤੁਰੈ ਕੰਧਾਰ। ਕਹਿੰਦੇ ਜੋ ਦਿੱਲੀਓਂ ਆਉਂਦਾ ਸੀਗਾ ਕੰਧਾਰ ਵੱਲ, ਕਹਿੰਦੇ ਉਹ ਮਿਲ ਸਿੰਘਣ ਤਿਸ ਲੇਵੈ ਮਾਰ। ਉਹ ਵੀ ਲੁੱਟ ਲੈਂਦੇ ਸੀ, ਸਿੰਘ ਲੁੱਟਦੇ ਸੀ। ਖਿਆਲ ਕਰਿਓ, ਇੱਕ ਗੱਲ ਯਾਦ ਰੱਖਣਾ, ਜਿਹੜਾ ਇਤਿਹਾਸ ਬ੍ਰਿਟਿਸ਼ ਨੇ ਲਿਖਿਆ ਨਾ ਜੀ, ਉਹ ਇਸ ਮੁਸਲਮਾਨਾਂ ਤੋਂ ਸੁਣ ਕੇ ਲਿਖਿਆ। ਧਿਆਨ ਰੱਖ, ਇਹਨਾਂ ਨੇ ਮੁਸਲਮਾਨਾਂ ਨੇ ਇਹ ਨਹੀਂ ਦੱਸਿਆ ਕਿ ਅਸੀਂ ਸਿੱਖਾਂ ਨੇ ਨਾਲ ਕੀ ਕੀਤਾ। ਧਿਆਨ ਰੱਖ, ਇਹ ਜਿਹੜੀ ਦਿੱਲੀਓਂ ਇਹਨਾਂ ਨੇ ਆਪਣੇ ਅਤਿਆਚਾਰ ਕੀਤੇ, ਬੰਦੇ ਬਹਾਦਰ ਸਿੰਘ ਦੇ ਬੱਚੇ, ਅਜੈ ਸਿੰਘ ਛੋਟਾ ਜਿਹਾ ਬੱਚਾ 5 ਸਾਲ ਦਾ, ਧਿਆਨ ਰੱਖਣਾ, ਉਹਦਾ ਦਿਲ ਕੱਟ ਕੇ ਬੰਦੇ ਬਹਾਦਰ ਦੇ ਮੂੰਹ 'ਚ ਪਾਤਾ ਸੀ। ਧਿਆਨ ਰੱਖ, ਇੱਥੇ ਤੱਕ ਸਿੱਖਾਂ ਦੇ ਸਿਰ ਕੱਟ ਕੇ ਬੱਚਿਆਂ ਦੇ ਨਾਲ ਬਲਾਤਕਾਰ ਕੀਤਾ, ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ। ਉਹ ਆਪਣੀ ਗੱਲ ਨਹੀਂ ਦੱਸੀ, ਤੇ ਸਿੰਘਾਂ ਨੇ ਜਿਸ ਵੇਲੇ ਇਹਨਾਂ ਨੂੰ ਜਿੱਥੇ ਜਿੱਥੇ ਮੌਕਾ ਮਿਲਦਾ ਆਪਣੇ ਪੱਬਾਂ ਤੇ ਖੜ ਜਾਂਦੇ, ਬਦਲਾ ਲੈਂਦੇ, ਉਹ ਦੱਸਦੇ ਰਹੇ ਅੰਗਰੇਜ਼ਾਂ ਨੂੰ। ਤੇ ਅੰਗਰੇਜ਼ਾਂ ਨੇ ਜਿਸ ਵੇਲੇ ਸਰਕਾਰ ਲਈ ਨਾ ਜੀ ਇਹਨਾਂ ਤੋਂ, ਧਿਆਨ ਰੱਖ, ਸ਼ਾਹ ਆਲਮ II ਤੋਂ, ਉਸ ਵੇਲੇ ਬ੍ਰਿਟਿਸ਼ ਆ ਗਿਆ ਸੀ। ਇਹ 1794 ਦਾ ਜ਼ਿਕਰ ਹੋਇਆ ਹੈ, ਜਿਹੜਾ ਪਿੱਛੇ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਦੱਸੀ ਸੀ। ਉਸ ਤੋਂ ਬਾਅਦ ਅੰਗਰੇਜ਼ਾਂ ਨੇ, ਦੇਖੋ ਅੰਗਰੇਜ਼ ਤਾਂ 1600 ਵਿੱਚ ਹੀ ਈਸਟ ਇੰਡੀਆ ਕੰਪਨੀ ਫਾਰਮ ਕਰ ਗਏ ਸੀ। ਉਹਨਾਂ ਨੇ ਪਹਿਲਾਂ ਕਲਕੱਤਾ, ਮਦਰਾਸ, ਚੇਨਈ ਇੱਧਰ ਆਪਣੇ ਬੇਸ ਬਣਾਏ, ਸੈਂਟਰ ਬਣਾ ਲਿਆ ਕਲਕੱਤੇ ਨੂੰ। ਦਿੱਲੀ ਹਾਲੇ ਇਹਨਾਂ ਦੇ ਵੱਸ ਵਿੱਚ ਨਹੀਂ ਸੀ। ਧਿਆਨ ਰੱਖਿਓ, ਇਹਨਾਂ ਨੇ ਸਾਰਾ ਸਾਊਥ ਇਹਨਾਂ ਨੇ ਆਪਣੇ ਵੱਸ ਵਿੱਚ ਲਿੱਤਾ। ਇਹਨਾਂ ਨੂੰ ਅੰਗਰੇਜ਼ੀ ਸਿਖਾਈ। ਜਿਹੜੇ ਦੇਸ਼ਾਂ ਨੇ ਆਪਣੀ ਭਾਸ਼ਾ ਨਹੀਂ ਛੱਡੀ, ਅੰਗਰੇਜ਼ ਉਹਨਾਂ ਨੂੰ ਕਾਬੂ ਨਹੀਂ ਕਰ ਸਕੇ। ਧਿਆਨ ਰੱਖਿਓ, ਅੱਜ ਜਿਹੜਾ ਥਾਈਲੈਂਡ ਸੀ, ਇੱਥੇ ਅੱਜ ਤੱਕ ਅੰਗਰੇਜ਼ ਨਹੀਂ ਵੜਿਆ, ਉਹਨਾਂ ਨੇ ਆਪਣੀ ਭਾਸ਼ਾ ਹੀ ਨਹੀਂ ਛੱਡੀ। ਧਿਆਨ ਰੱਖਿਓ, ਤੇ ਜਿਹੜੇ ਸਾਊਥ ਦੇ ਬੰਦੇ ਅੰਗਰੇਜ਼ੀ ਸਿੱਖਣ ਚੱਲ ਪਏ ਬਾਹਰ, ਉਹਨਾਂ ਨੂੰ ਇਹਨਾਂ ਨੇ ਕਾਬੂ ਕਰ ਲਿਆ। ਧਿਆਨ ਰੱਖਿਓ, ਉਹਨਾਂ ਦੇ ਉੱਤੇ ਤੁਸੀਂ ਅੰਦਾਜ਼ਾ ਲਗਾਓ 565 ਪ੍ਰਿੰਸਲੀ ਸਟੇਟ ਸੀ। 565 ਛੋਟੇ ਇਹਨਾਂ ਨੇ ਰਜਵਾੜੇ ਆਪਣੇ ਹੋਰ ਤਖਤਾਂ ਦੇ ਨਾਲ ਕਿਸੇ ਨਾਲ ਸੰਧੀ ਕਰਕੇ, ਕਿਸੇ ਨੂੰ ਧੋਖਾ ਦੇ ਕੇ, ਕੋਈ ਅੰਗਰੇਜ਼ਾਂ ਨੇ ਸੰਧੀ ਨਿਭਾਈ ਨਹੀਂ ਆਪਣੀ। ਧਿਆਨ, ਕੋਈ ਨਹੀਂ ਨਿਭਾਈ। ਜਿੰਨੇ ਪ੍ਰੋਕਲੇਮੇਸ਼ਨਸ ਉਹਨਾਂ ਨੇ, ਟ੍ਰੀਟੀਜ਼ ਉਹਨਾਂ ਨੇ ਕੀਤੀਆਂ ਸੀ, ਉਸ ਟ੍ਰੀਟੀਆਂ ਨੂੰ ਉਹਨਾਂ ਨੇ ਉਲੰਘਿਆ, ਧੋਖਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦਾ ਵੀ ਅੱਗੇ ਜ਼ਿਕਰ ਆਊਗਾ, ਕਹਿੰਦੇ ਕਿਵੇਂ ਇਹਨਾਂ ਨੇ ਉਹਨਾਂ ਨੂੰ ਵੀ ਧੋਖਾ ਦਿੱਤਾ। ਦਲੀਪ ਸਿੰਘ ਨੂੰ ਧੋਖਾ ਦਿੱਤਾ, ਛੋਟੀ ਜਿਹੀ ਉਮਰ ਦੇ ਵਿੱਚ ਬੱਚਾ ਸੀ, ਉਹਨੂੰ ਅੰਗਰੇਜ਼ ਬਣਾ ਕੇ ਕਾਨਪੁਰ ਤੋਂ ਇਹ ਫਰਾਂਸ ਲੈ ਗਏ ਸੀ। ਇਹਨਾਂ ਦੀ ਪ੍ਰੋਕਲੇਮੇਸ਼ਨ ਟ੍ਰੀਟੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਸ ਵੇਲੇ 18 ਸਾਲ ਦਾ ਹੋਏਗਾ ਤੇ ਅਸੀਂ ਰਾਜ ਸਿੱਖਾਂ ਨੂੰ ਦੇ ਦਿਆਂ, ਖਾਲਸਾ ਰਾਜ ਮੋੜ ਦਿਆਂਗੇ। ਨਹੀਂ ਮੋੜ, 47 ਹੋ ਗਈ। ਸਾਡੇ ਉੱਤੇ ਉਹੀ ਅਤਿਆਚਾਰ ਜੋ ਅੰਗਰੇਜ਼ ਕਰਦੇ ਰਹੇ, ਉਹਨਾਂ ਤੋਂ ਸੁਣ ਕੇ ਕਹਿੰਦੇ ਸੀ ਇਹ ਸਾਰੇ ਅੰਤਕਵਾਦੀ ਨੇ, ਇਹ ਸਾਰੇ ਜਰਾਮ ਪੇਸ਼ਾ ਕੌਮ ਹੈ। ਐਸਾ ਭਾਈ ਸਾਹਿਬ ਭਾਈ ਕਪੂਰ ਸਿੰਘ ਜੀ ਨੇ ਵੀ ਲਿਖਿਆ। ਧਿਆਨ ਰੱਖਣਾ, ਜੀਵਨ ਦੇ ਵਿੱਚ ਤੁਸੀਂ ਅੰਦਾਜ਼ਾ ਲਗਾਓ, ਬਹੁਤ ਭੀੜੇ ਰਸਤੇ ਇੱਥੇ ਦੀ ਅਸੀਂ ਲੰਘ ਰਹੇ ਹਾਂ। ਸਾਡੇ ਸਿੱਖ ਬੱਚੇ ਜਿਹੜੇ ਪੜ੍ਹੇ ਲਿਖੇ ਸੀ, ਖਿਆਲ ਰੱਖਿਓ, ਅਸੀਂ ਬਾਹਰ ਆ ਗਏ, ਪੰਜਾਬ ਛੱਡ ਕੇ ਇੱਧਰ ਆ ਗਏ। ਅਸੀਂ ਜੇ ਪੰਜਾਬ ਨੂੰ ਬਚਾਉਣਾ ਸੀ ਤੇ ਪੰਜਾਬ ਰਹਿੰਦੇ। ਧਿਆਨ ਰੱਖ, ਅਸੀਂ ਜਦੋਂ ਇੱਧਰ ਆ ਗਏ ਪੈਸਾ ਕਮਾਉਣ ਪਿੱਛੇ ਆ ਗਏ ਸੀ। ਜਦੋਂ ਇੱਧਰ ਆ ਗਏ, ਹੁਣ ਇੱਧਰੋਂ ਆਪਾਂ ਉੱਧਰਲੀਆਂ ਗੱਲਾਂ ਕਰ ਰਹੇ ਹਾਂ। ਤੁਸੀਂ ਅੰਦਾਜ਼ਾ ਲਗਾਓ, ਸਿੰਘ ਜਿਹੜੇ ਉੱਧਰ ਕੰਮ ਕਰ ਰਹੇ ਨੇ, ਉਹਨਾਂ ਨੂੰ ਕੋਈ ਚੀਜ਼ ਬਹੁਤ ਘੱਟ ਪਹੁੰਚਦੀ ਹੈ ਜਿਹੜੀ ਇੱਥੋਂ ਇਕੱਠੀ ਹੁੰਦੀ ਹੈ।
ਬਹੁਤ ਘੱਟ ਪਹੁੰਚਦੇ। ਤੇ ਜਿਹੜੇ ਸਿੰਘ ਉੱਥੋਂ ਇੱਧਰ ਆ ਗਏ, ਉਹਨਾਂ ਨੇ ਦੇਖੋ ਕੀ ਕੁਛ ਕਰ ਲਿਆ ਆਪਦਾ, ਤੁਸੀਂ ਅੰਦਾਜ਼ਾ ਲਗਾ ਲਓ, ਹੈ ਨਾ। ਟਰੱਕ ਬਣ ਗਏ, ਉਹਨਾਂ ਦੇ ਘਰ ਬਣ ਗਏ, ਸਭ ਬਣ ਗਏ। ਪਰ ਸਿੱਖ ਹਾਲੇ ਬਹੁਤ ਸਾਨੂੰ ਦੂਰਅੰਦੇਸ਼ੀ ਹੋਣ ਦੀ ਲੋੜ ਹੈ। ਸਾਨੂੰ ਇਕੱਠੇ ਨਹੀਂ ਹੋਣ ਦੇ ਰਹੇ। ਆ ਜਿੰਨੇ ਗੁਰਦੁਆਰੇ ਨੇ ਨਾ, ਇੱਧਰ ਵੀ ਬਾਹਰ ਵੀ, ਤੇ ਇਹਨਾਂ ਦੇ ਵਿੱਚ ਉਹਨਾਂ ਦੇ ਬੰਦੇ ਬੈਠੇ ਨੇ, ਉਹਨਾਂ ਦੇ ਵਿੱਚ ਬਹੁਤ ਸਾਰੇ ਬਾਹਰ ਰੋਜ਼ ਇੱਥੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ। ਤੁਹਾਡੇ ਵਿੱਚ ਹੀ ਤੁਹਾਡੇ ਵਿੱਚ ਗੱਲਾਂ ਕਰਦੇ ਨੇ ਤੇ ਤੁਹਾਨੂੰ ਉਕਸਾਉਂਦੇ ਨੇ, ਤੇ ਉਹ ਆਪਣੇ ਹੀ ਪਲਾਨਿੰਗ ਦੇ ਵਿੱਚ ਤੁਹਾਨੂੰ ਲੜਾ ਦਿੰਦੇ ਨੇ। ਧਿਆਨ ਪਤਾ ਹੀ ਨਹੀਂ ਲੱਗਣ ਦਿੰਦੇ। ਹਿੰਦੁਸਤਾਨ ਦੇ ਵਿੱਚ ਜਿਸ ਵੇਲੇ 1920 ਦੇ ਵਿੱਚ SGPC ਖੜੀ ਹੋਈ, ਉਸੇ ਵੇਲੇ ਹੀ 1920 ਇੱਕ ਹਫ਼ਤੇ ਬਾਅਦ RSS ਖੜੀ ਕਰਤੀ ਸੀ, ਧਿਆਨ ਰਜਿਸਟਰ ਕਰਾਤੀ ਸੀ। ਇਹ ਉਸ ਵੇਲੇ ਦੇ ਦੇਖੋ ਚੱਲਦੇ ਕਿੱਥੇ ਆ ਕੇ ਉਹ ਖੜੇ ਹੋ ਗਏ ਤੇ ਅਸੀਂ ਕਿੱਥੇ ਖੜੇ ਹਾਂ। ਧਿਆਨ ਸਾਡੇ ਨਾਲ ਕੀ ਬਤੀਤ ਹੋ ਰਿਹਾ, ਅਸੀਂ ਕਿਵੇਂ ਡਿਵਾਈਡ ਐਂਡ ਰੂਲ ਦੇ ਵਿੱਚ ਫਟ ਗਏ। 1250 ਤੋਂ ਜ਼ਿਆਦਾ ਪਿੰਡਾਂ ਪੰਜਾਬ ਦੇ ਵਿੱਚ, 9000 ਤੋਂ ਵੱਧ ਉੱਥੇ ਡੇਰੇ ਬਣੇ ਹੋਏ। ਧਿਆਨ ਰੱਖਣਾ, ਪੰਜਾਬ ਦੇ ਵਿੱਚ ਸਰਕਾਰ ਨੇ ਬਣਾਏ ਹੋਏ ਨੇ ਆ ਜਿੰਨੇ ਵੀ ਡੇਰੇ ਬਣੇ ਨੇ, ਤਾਂ ਕਿ ਸਿੱਖ ਗੁਰੂ ਮਹਾਰਾਜ ਦੀ ਬਾਣੀ ਤੋਂ ਟੁੱਟ ਜਾਏ। ਧਿਆਨ ਰੱਖਣਾ, ਮਜਬੀਆਂ ਦਾ ਵੱਖਰਾ ਡੇਰਾ, ਰਵਿਦਾਸੀਆਂ ਦਾ ਵੱਖਰਾ ਡੇਰਾ, ਵੱਖਰੇ ਗੁਰਦੁਆਰੇ, ਇੱਕ ਪਿੰਡ ਦੇ ਵਿੱਚ 4 ਗੁਰਦੁਆਰੇ ਕਰਕੇ ਡਿਵਾਈਡ ਕਰਤਾ ਬੰਦਿਆਂ। ਧਿਆਨ ਰੱਖਣਾ, ਖਿਆਲ ਕਰਿਓ, ਇਹ ਗੁਰਸਿੱਖੋ ਇੱਕ ਬਹੁਤ ਵੱਡੀ ਲੜਾਈ ਹੈ। ਸਾਨੂੰ ਇਕੱਠੇ ਹੋਣਾ ਚਾਹੀਦਾ ਹੈ। ਸਾਡੇ ਕੋਲ ਇੱਕ ਐਸਾ ਕਨਸਟੀਟਿਊਸ਼ਨ ਹੈ, ਵਿਧਾਨ ਹੈ। ਸਾਡਾ ਜਿਹੜਾ ਗੁਰੂ ਹੈ, ਇੱਕ ਐਸਾ ਵਿਧਾਨ ਹੈ ਜੋ ਕਿਸੇ ਜਾਤੀ ਦੇ ਵਿੱਚ ਨਹੀਂ ਹੈ। ਕਿਸੇ ਦੇ ਕੋਲ ਐਸਾ ਗ੍ਰੰਥ ਨਹੀਂ ਹੈ ਜੋ ਸਾਰਿਆਂ ਨਾਲ ਪਿਆਰ ਕਰੇ। ਧਿਆਨ ਰੱਖਣਾ, ਸਾਰਿਆਂ ਨਾਲ। ਤੁਹਾਨੂੰ ਪਤਾ 36 ਮਹਾਂਪੁਰਸ਼ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, 19 ਤੋਂ ਵੱਧ ਭਾਸ਼ਾ ਨੇ ਲਿਖਿਆ ਗੁਰਮੁਖੀ ਸਕ੍ਰਿਪਟ ਵਿੱਚ ਹੈ ਮਹਾਰਾਜ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਉਹ ਰੱਬ ਦੀ ਅਸੀਂ ਬੰਦਗੀ ਕਰਦੇ ਹਾਂ, ਜਿਹੜਾ ਰੱਬ ਸਾਡੇ ਵਿੱਚ ਵਸਦਾ ਹੈ ਤੇ ਸਭ ਦੇ ਵਿੱਚ ਵਸਦਾ ਹੈ। ਜਹਾਂ ਜਹਾਂ ਪੇਖੋ ਤਹਾਂ ਹਜੂਰ, ਦੂਰ ਕਤੋਂ ਹੋਣਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਤੁਹਾਨੂੰ ਮੈਂ ਦਾਸ ਇੱਕ ਬੇਨਤੀ ਕਰਦਾ, ਗੱਲ ਦੱਸਦਾ ਕਿ ਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ, ਜੋ ਭਾਈ ਮਨੀ ਸਿੰਘ ਜੀ ਤੋਂ ਮਹਾਰਾਜ ਨੇ ਕਲਮਬੰਦ ਕਰਾਇਆ ਸੀ, 9 ਮਹੀਨੇ 9 ਦਿਨ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਸਾਬੋ ਕੀ ਤਲਵੰਡੀ ਵਿਖੇ ਮਹਾਰਾਜ ਨੇ ਅੰਤਰਜਾਮਤਾ ਨਾਲ ਕਲਗੀਧਰ ਪਾਤਸ਼ਾਹ ਨੇ ਬੀੜ ਲਿਖਵਾਈ। 48 ਸਿੰਘਾਂ ਨੇ ਮਹਾਰਾਜ ਦੇ ਸ਼ਬਦਾਰਥ ਸੁਣ ਕੇ ਇਹ ਬਾਣੀ ਐਸੀ ਹੈ, ਜੇ ਤੁਸੀਂ ਸਹੀ ਤਰੀਕੇ ਨਾਲ ਪੜ੍ਹੋ ਨਾ, ਸਮਝ ਕੇ, ਤੁਹਾਨੂੰ ਪਤਾ ਹੈ ਤੁਸੀਂ ਰੱਬ ਬਣ ਜਾਓਗੇ। ਤੁਹਾਨੂੰ ਪਤਾ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਤੁਹਾਨੂੰ ਪਤਾ ਹੈ ਰੱਬ ਤੁਹਾਡੇ ਵਿੱਚ ਵਸਦਾ ਹੈ। ਸਿੱਖ ਨੇ ਇਹ ਗੱਲ ਸਿੱਖਣੀ ਹੈ ਬਸ, ਕਿ ਮੇਰੇ ਅੰਦਰੋਂ ਰੱਬ ਕਿਵੇਂ ਬੋਲਦੇ ਨੇ, ਤੇ ਬੋਲਦਿਆਂ ਹੋਇਆਂ ਅਸੀਂ ਹਰ ਗੱਲ ਜੋ ਵੀ ਤੁਸੀਂ ਸ਼ਬਦ ਬੋਲ ਰਹੇ ਹੋ, ਆਹ ਸ਼ਬਦ ਸੁਣਿਓ। ਮਹਾਰਾਜ ਕਹਿੰਦੇ ਜੇਤਾ ਬੋਲਣ ਤੇਤਾ ਗਿਆਨ ਹੈ, ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਤੁਹਾਡਾ ਬੋਲਣ ਰੱਬ ਵਰਗਾ ਹੋਵੇ, ਗਿਆਨ ਸੇਤੀ। ਅਸੀਂ ਮੈਂ ਕਰਕੇ ਬੋਲੋ ਨਹੀਂ ਹਟਦੇ ਘਰਾਂ 'ਚ। ਖਿਆਲ ਕਰੋ, ਜਿਤਨੇ ਆਪਾਂ ਸਿੱਖ ਹਾਂ, ਬੱਚੇ ਵੱਡੇ ਹੋ ਕੇ ਆ ਗਏ, ਇੱਥੇ ਆ ਕੇ ਤਾਂ ਸਾਡੀ ਬੋਲੀ ਖਰਾਬ ਹੋ ਗਈ। ਪੰਜਾਬ 'ਚ ਬੋਲੀ ਖਰਾਬ ਸੀਗੀ। ਧਿਆਨ ਰੱਖਿਓ, ਅਸੀਂ ਘਰਾਂ ਦੇ ਵਿੱਚ ਮੈਂ ਕੀਤਾ ਕੋਈ ਘਰ ਐਸਾ ਸਾਨੂੰ ਲੱਭਿਆ ਹੀ ਨਹੀਂ ਹੈ ਜਿਹੜਾ ਇਹ ਬੋਲੇ ਮੈਂ ਨਹੀਂ ਕੀਤਾ ਜੀ, ਰੱਬ ਨੇ ਕਰਾਇਆ। ਕੋਈ ਬੋਲ ਰਿਹਾ ਘਰ 'ਚ? ਨਾ ਮਾਤਾ ਬੋਲ ਰਹੀ ਹੈ ਤੇ ਨਾ ਪਿਤਾ ਬੋਲ ਰਿਹਾ, ਨਾ ਬੱਚੇ ਬੋਲਣ ਸਿੱਖੇ ਨੇ। ਮੈਂ ਕਰਦੇ, ਮੇਰੀ ਕਰਤੇ ਜਨਮ ਗਿਓ। ਕਈ ਜਨਮਾਂ ਦੇ ਆਪਾਂ ਮੈਂ ਕਰਦੇ ਰਹੇ ਤੇ ਹੁਣ ਵੀ ਮੈਂ ਕਰਨੋਂ ਨਹੀਂ ਹਟ ਰਹੇ। ਤੁਹਾਨੂੰ ਪਤਾ ਦੁਨੀਆ ਦਾ ਹਰੇਕ ਜਾਤੀ ਦਾ ਬੰਦਾ, ਚਾਹੇ ਕਿਸੇ ਭਾਸ਼ਾ ਨੂੰ ਬੋਲਦਾ ਹੋਵੇ, ਜਿਸ ਦਿਨ ਉਹ ਮੈਂ ਕਰਨੀ ਛੱਡ ਦੇਗਾ ਨਾ, ਉਹ ਰੱਬ ਦਾ ਰੂਪ ਹੈ। ਇਹ ਗੱਲ ਯਾਦ ਰੱਖਿਓ, ਚਾਹੇ ਕਿਸੇ ਜਾਤੀ ਦਾ ਬੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ, ਐਸਾ ਵਿਧਾਨ ਹੈ ਇਹ ਮਹਾਰਾਜ ਦੀ ਬਾਣੀ ਦਾ। ਜੇ ਕਿਤੇ ਦੁਨੀਆ ਅਪਣਾ ਲੇਗੀ ਨਾ ਜੀ, ਜਿਸ ਦਿਨ ਦੁਨੀਆ ਰਾਜ ਕਰੇਗੀ, ਰਾਜ ਰੱਬ ਦਾ ਰਾਜ ਕਰੇਗੀ, ਇਹ ਕਿੰਗਡਮ ਆਫ ਗॉड ਵਿਲ ਬੀ ਸੀਨ ਹੇਅਰ ਔਨ ਦਿਸ ਅਰਥ। ਧਿਆਨ ਰੱਖਿਓ, ਜੀਵਨ ਦੇ ਵਿੱਚ ਇਹ ਅੰਗਰੇਜ਼ ਚਾਹੁੰਦੇ ਹੀ ਨਹੀਂ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਹੋਣ ਦੇਈਏ। ਯਾਦ ਰੱਖਣਾ,
ਇਹਨਾਂ ਨੇ ਪਤਾ ਕੀ ਕੀਤਾ? ਉਹ ਵੀਰ ਜਿਨ੍ਹਾਂ ਨੂੰ ਗੁਰਤਾ ਗੱਦੀ ਮਹਾਰਾਜ ਨੇ 1708 ਦੇ ਵਿੱਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾ ਕੇ ਦਿੱਤੀ ਸੀ ਤੇ ਆਗਿਆ ਕੀਤੀ ਸੀ ਹੁਕਮ ਨੂੰ ਖਾਲਸੇ ਨੂੰ ਕਿ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਸਿੱਖਣ ਦਾ ਅਰਥ ਸੁਣਿਓ, ਜਿਹੜਾ ਵੀ ਇਸ ਗੱਲ ਨੂੰ ਸਿੱਖੇ, ਚਾਹੇ ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਨੀਚ ਜਾਤ ਦਾ ਹੋਵੇ, ਉੱਚ ਜਾਤ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਜਿਹੜਾ ਇਸ ਗੱਲ ਨੂੰ ਸਿੱਖੇ ਸੋ ਸਿੱਖ ਸਕਾ ਬੰਦਪ ਹੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। You might be speaking any language, irrespective of that language. The every word which you speak, you should never express your ego. You should never express a single word without addressing your God within. ਜਿਹੜਾ ਰੱਬ ਤੁਹਾਡੇ ਵਿੱਚ ਵਸਦਾ ਹੈ, ਉਹਨੂੰ ਬੋਲੇ ਬਿਨਾ ਇੱਕ ਵੀ ਸ਼ਬਦ ਨਹੀਂ ਬੋਲਣਾ, ਤੇ ਇੱਕ ਵੀ ਸ਼ਬਦ ਰਾਹੀਂ ਆਪਣੇ ਮਨ ਨੇ ਆਪਣੇ ਆਪ ਨੂੰ ਨਹੀਂ ਜਨਾਉਣਾ। ਭਾਈ ਆਖੋ ਸਤਨਾਮ। ਐਸੀ ਸਿੱਖੀ ਮਹਾਰਾਜ ਨੇ ਬਣਾਈ ਸੀ, ਇਹ ਐਸਾ ਘਰ ਸੀ ਇਹ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਹਰ ਭਾਸ਼ਾ ਦੇ ਲੋਕਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਉਸ ਵੇਲੇ ਤੱਕ 1708 ਤੋਂ ਗੁਰਤਾ ਗੱਦੀ ਦੇਣ ਤੋਂ ਬਾਅਦ ਤੱਕ, ਧਿਆਨ ਰੱਖਣਾ, 1849 ਤੱਕ ਜਿਸ ਵੇਲੇ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਆਏ ਨਾ ਉੱਥੋਂ ਪੰਜਾਬ ਤੋਂ, 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਿਆ ਸੀ, ਮਾਰ ਦਿੱਤਾ ਗਿਆ ਸੀ। ਯਾਦ ਰੱਖਣਾ, ਮਹਾਰਾਜਾ ਰਣਜੀਤ ਸਿੰਘ ਨੂੰ ਜ਼ਹਿਰ ਦਿੱਤੀ ਗਈ ਸੀ। ਧਿਆਨ ਰੱਖਣਾ, ਦੇਣ ਵਾਲੇ ਡੋਗਰੇ ਸਨ ਜਿਹੜੇ ਅੰਗਰੇਜ਼ਾਂ ਨੇ ਪਲਾਂਟ ਕੀਤੇ ਸੀਗੇ। ਉਸ ਡੋਗਰਿਆਂ ਨੇ 3 ਭਾਈ ਸਨ। ਇਹ ਗੁਲਾਬ ਸਿੰਘ ਡੋਗਰਾ ਵੱਡਾ ਭਾਈ ਸੀ, ਫਿਰ ਉਸ ਤੋਂ ਬਾਅਦ ਧਿਆਨ ਸਿੰਘ ਡੋਗਰਾ ਵਿਚਾਰਲਾ ਭਾਈ ਸੀ ਜਿਹੜਾ ਪ੍ਰਾਈਮ ਮਿਨਿਸਟਰ ਸੀ ਮਹਾਰਾਜਾ ਰਣਜੀਤ ਸਿੰਘ ਦਾ, ਤੇ ਫਿਰ ਛੋਟਾ ਭਾਈ ਸੁਚੇਤ ਸਿੰਘ ਸੀ ਡੋਗਰਾ। ਇਹ ਤਿੰਨੋਂ ਭਾਈਆਂ ਨੂੰ ਬ੍ਰਿਟਿਸ਼ ਨੇ, ਉਹਨਾਂ ਜੰਮੂ ਦੇ ਰਹਿੰਦੇ ਸੀ ਇਹ, ਤੇ ਇਹਨਾਂ ਵਿੱਚ ਪਲਾਂਟ ਕਰਕੇ ਇਹਨਾਂ ਤੋਂ ਹੀ ਸਭ ਕੁਝ ਲਿਆ। ਆ ਜਿਹੜਾ ਕਸ਼ਮੀਰ ਖਰੀਦਿਆ, ਇਹ ਗੁਲਾਬ ਸਿੰਘ ਨੇ ਖਰੀਦਿਆ 80,000, ਯਾਨੀ 80,000 ਗੁਰੂ ਨਾਨਕ ਸਾਹਿਬ ਜੀ ਦੇ ਉਸ ਵੇਲੇ ਸਿੱਕੇ ਚੱਲਦੇ ਹੁੰਦੇ ਸੀ ਗੋਲਡ ਦੇ, ਉਹ ਦੇ ਕੇ ਇਸ ਅੰਗਰੇਜ਼ਾਂ ਤੋਂ ਗੁਲਾਬ ਸਿੰਘ ਨੇ ਖਰੀਦਿਆ ਸੀ। ਉਹ ਟ੍ਰੀਟੀ ਪੜ੍ਹ ਕੇ ਦੇਖਿਓ। ਸੋ ਕਹਿਣ ਦਾ ਭਾਵ ਦੱਸਦਾ ਇਹ ਹੈ ਕਿ ਅੰਗਰੇਜ਼ਾਂ ਨੇ ਜਿਸ ਵੇਲੇ ਕਬਜ਼ਾ ਕੀਤਾ, ਕਬਜ਼ਾ ਕਰਨ ਤੋਂ ਬਾਅਦ ਉਸ ਵੇਲੇ ਜਿਹੜੀ ਗੱਲ ਇਹਨਾਂ ਨੇ ਮੁਸਲਮਾਨਾਂ ਤੋਂ ਸੁਣੀ, ਆ ਜਿਹੜੀ ਗੱਲਾਂ ਸੁਣ ਰਹੇ ਹੋ ਆਪਾਂ, ਮੈਂ ਵੀ ਸੁਣ ਰਿਹਾ, ਤੁਸੀਂ ਵੀ ਸੁਣ ਰਹੇ ਹੋ, ਪੰਥ ਸੁਣਦਾ ਰਹੇਗਾ। ਇਹ ਗੱਲਾਂ ਅੰਗਰੇਜ਼ਾਂ ਦੇ ਦਿਮਾਗ 'ਚ ਬਿਠਾਈਆਂ ਸੀ ਕਿ ਜੇ ਤੁਸੀਂ ਇੱਥੇ ਰਾਜ ਕਰਨਾ ਹਿੰਦੁਸਤਾਨ ਦੇ ਵਿੱਚ, ਇਹ ਸਿੱਖਾਂ ਨੂੰ ਕਾਬੂ ਰੱਖਿਓ, ਇਕੱਠੇ ਨਾ ਹੋਣ ਦਿਓ। ਧਿਆਨ ਰੱਖਣਾ, ਆ ਹੁਣ ਵੀ ਸਾਡਾ ਗੁਰਦੁਆਰੇ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣਨ ਦੇ ਰਹੇ। ਯਾਦ ਰੱਖਣਾ, ਇੱਕ ਪਿੰਡ ਦੇ ਵਿੱਚ 4 ਗੁਰਦੁਆਰੇ ਬਣਵਾਤੇ ਇਹਨਾਂ ਨੇ, ਤਾਂ ਕਿ ਸਿੱਖਾਂ ਦਾ ਸਰਮਾਇਆ ਡਿਵਾਈਡ ਹੋ ਜੇ, ਇਹ ਇਕੱਠੇ ਨਾ ਹੋ ਸਕਣ। ਜਿਸ ਦਿਨ ਇਹ ਇਕੱਠੇ ਹੋ ਗਏ, ਇਹਨਾਂ ਦਾ ਫਲਸਫਾ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ, ਲੋਕਾਂ ਨੇ ਸਿੱਖੀ ਧਾਰਨ ਕਰ ਲੈਣੀ ਹੈ ਤੇ ਰਾਜ ਦੁਨੀਆ ਦੇ ਖਤਮ ਹੋਣ ਲੱਗ ਜਾਣੇ। ਐਸਾ ਸਮੇਂ ਬਹੁਤ ਜਲਦੀ ਆ ਰਿਹਾ। ਤੁਸੀਂ ਦੇਖੋ ਹੁਣ ਕੀ ਕੁਛ ਹੋ ਰਿਹਾ ਦੁਨੀਆ ਦੇ ਵਿੱਚ। ਆ ਯੂਕਰੇਨ ਤੁਹਾਡੇ ਮੂਹਰੇ ਖੜਾ ਹੈ, ਧਿਆਨ ਰੱਖਿਓ ਕੈਸਾ ਹਾਲ ਕਰਤਾ ਪੁਤਿਨ ਨੇ। ਐਸਾ ਜੀਵਨ ਦੇ ਵਿੱਚ ਇੱਥੇ ਵੀ ਆ ਜਿੱਥੇ ਤੁਸੀਂ ਇੱਥੇ ਬੈਠੇ ਹੋ ਨਾ, ਜਿਹੜੇ ਇੱਥੋਂ ਦੇ ਬਨਵਾਸੀ ਸਨ, ਇੱਥੋਂ ਦੇ ਰਹਿਣ ਵਾਲੇ ਮੂਲ ਨਿਵਾਸੀ ਕਿੱਥੇ ਨੇ? ਪੁੱਛੋ ਜ਼ਰਾ ਇਹਨਾਂ ਨੂੰ। ਇਹ ਸਭ ਅੰਗਰੇਜ਼ਾਂ ਨੇ ਕੀਤੇ ਹੋਏ ਸੀ। ਅੱਜ ਉਹ ਸਾਰੇ ਬਾਹਰ ਡਰੱਗਸ ਵਿੱਚ ਨੇ। ਧਿਆਨ ਰੱਖਿਓ, ਜਿਹੜਾ ਹਾਲ ਪੰਜਾਬ ਦਾ ਹੋਇਆ ਹੈ, ਇਹੀ ਹਾਲ ਇਹਨਾਂ ਦਾ ਹੋਇਆ, ਸਾਡੇ ਨਾਲ ਵੀ ਹੋ ਰਿਹਾ। ਗੁਰਸਿੱਖੋ, ਜਦੋਂ ਤੁਸੀਂ ਬਾਹਰ ਆਏ ਹੋ ਪੰਜਾਬ ਤੋਂ, ਜੇ ਤੁਸੀਂ ਇਸ ਦੋਹਰੇ ਨੂੰ ਸੁਣਦੇ ਹੋ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਅੰਮ੍ਰਿਤਧਾਰੀ ਹੋਵੋ, ਜੀਵਨ ਵਿੱਚ ਇਸ ਵਿਕਾਰਾਂ ਤੋਂ ਆਪਣੇ ਆਪ ਨੂੰ ਛਡਾਓ ਤੇ ਖਿਆਲ ਕਰਿਓ, ਐ ਗੁਰਸਿੱਖੋ ਸਭ ਨਾਲ ਪਿਆਰ ਕਰੋ। ਜਿੱਥੇ ਜਾਈਏ ਜਗਤ में ਤਿੱਥੇ ਹਰ ਮਿਤ ਸਹਾਈ, ਕਿਸੇ ਨਾਲ ਨਫ਼ਰਤ ਨਾ ਕਰੋ। ਉਹੀ ਬੰਦਾ ਕਰ ਸਕਦਾ ਹੈ ਜਿਹਨੇ ਗੱਲ ਸਿੱਖੀ ਹੋਵੇ ਕਿ ਰੱਬ ਮੇਰੇ ਵਿੱਚ ਵਸਦਾ ਹੈ, ਮੇਰੇ ਵਿੱਚ ਵਸਦਾ। ਜੈਸਾ ਰੱਬ ਮੇਰੇ ਵਿੱਚ ਵਸਦਾ ਹੈ, ਵੈਸਾ ਰੱਬ ਸਭ ਦੇ ਵਿੱਚ ਵਸਦਾ ਹੈ। ਇਸ ਨੂੰ ਐਕਸਪ੍ਰੈਸ ਕਰਨ ਦਾ ਤਰੀਕਾ ਰੋਜ਼ ਸੁਣੋ। ਅੰਮ੍ਰਿਤ ਵੇਲੇ ਗੁਰਬਾਣੀ ਦੀ ਵਿਚਾਰ ਹੋ ਰਹੀ ਹੈ, ਰੋਜ਼ ਸੁਣਿਓ। ਇਹਦੇ ਨਾਲ ਆਪਾਂ 3 ਗੱਲਾਂ ਜ਼ਰੂਰ ਕਰਨੀਆਂ ਨੇ। ਅਸੀਂ ਉਸ ਰੱਬ ਦੀ ਬੰਦਗੀ ਕਰਦੇ ਹਾਂ ਜੋ ਸਭ ਦਾ ਰੱਬ ਹੈ, ਸਾਡਾ ਇਕੱਲੇ ਦਾ ਰੱਬ ਨਹੀਂ ਹੈ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੇ ਨਿਤਸਾਰ ਸਮਾਲੇ, ਗੁਣ ਨਹੀਂ ਮੂਰਖ ਜਾਤਾ ਰੇ। ਸਾਡਾ ਰੱਬ ਸਭ ਦਾ ਰੱਬ ਹੈ। ਸਭ ਮੈਂ ਸੱਚਾ ਇੱਕੋ ਸੋਈ, ਤਿਸਕਾ ਕੀਆ ਸਭ ਕੁਛ ਹੋਈ।
ਸਾਡਾ ਰੱਬ ਉਹ ਰੱਬ ਹੈ ਜਿਹੜਾ ਕਮਿਊਨਿਸਟ ਵਿੱਚ ਵੀ ਹੈ, ਜਿਹੜਾ ਮੁਸਲਮਾਨਾਂ ਭਾਈਆਂ ਵਿੱਚ ਵੀ ਹੈ, ਜੋ ਹਿੰਦੂ ਵੀਰਾਂ ਵਿੱਚ ਵੀ ਹੈ, ਜੋ ਅੰਗਰੇਜ਼ਾਂ ਭਾਈਆਂ ਵਿੱਚ ਵੀ ਹੈ, ਸਭ ਦੁਨੀਆ ਦੇ ਵਿੱਚ ਹੈ। ਸਭ ਸਾਡੇ ਭਾਈ ਨੇ। ਏਕ ਪਿਤਾ ਏਕ ਸਕੇ ਹਮ ਬਾਰਕ, ਕਹਿ ਦਿਓ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਤੁਸੀਂ ਆਹ ਫਲਸਫਾ ਲੈ ਕੇ ਤਾਂ ਚੱਲੋ, ਤੁਹਾਡੇ ਨਾਲ ਨਫ਼ਰਤ ਨਹੀਂ ਹੋਣੀ। ਤੁਹਾਨੂੰ ਪਤਾ ਹੈ ਇਸੇ ਕੈਨੇਡਾ ਦੇ ਵਿੱਚ ਕਾਮਾਕਾਟੂ ਮਾਰ, ਤੁਸੀਂ ਪੜ੍ਹ ਕੇ ਸੁਣਿਓ, ਦੇਖਿਓ ਕੀ ਹੋਇਆ ਸੀ ਉਸ ਵੇਲੇ। ਸਿੱਖਾਂ ਨਾਲ ਨਫ਼ਰਤ ਕਰਨ ਲੱਗ ਗਏ ਸੀ। ਇਹਨਾਂ ਨੇ ਵੱਖਰਾ ਜੰਜੀਰਾ ਲੈ ਲਿਆ ਸੀ। ਬਾਬਾ ਤੇਜਾ ਸੁਰੀ ਸੀ ਉਸ ਵੇਲੇ, ਕੋਰਟ ਦਾ ਫੈਸਲਾ ਆਉਣਾ ਸੀਗਾ। ਐ ਗੁਰਸਿੱਖੋ, ਸਾਡਾ ਉਹੀ ਹਾਲ ਹੁਣ ਫਿਰ ਹੋਣ ਵਾਲਾ ਹੈ। ਸਾਡੇ ਸਿੱਖ ਜਿਵੇਂ ਗੱਡੀਆਂ ਲੈ ਕੇ ਭੱਜ ਰਹੇ ਨਾ ਸੰਸਾਰ ਦੇ ਵਿੱਚ, ਆਪਣੇ ਆਪ ਨੂੰ ਮੈਂ ਕਰਦੇ ਹੋਏ ਭੱਜਦੇ ਫਿਰਦੇ ਨੇ। ਰੁਕੋ, ਪੈਰਾਂ ਤੇ ਖੜੋ, ਪਿਆਰ ਕਰੋ ਰੱਬ ਨਾਲ, ਸਭ ਨਾਲ ਪਿਆਰ ਕਰੋ। ਜੇ ਤੁਸੀਂ ਮਾਹੌਲ ਵਿਗਾੜਿਆ ਨਾ ਤੁਸੀਂ ਬਚ ਜਾਓਗੇ। ਜੇ ਕਿਤੇ ਮਾਹੌਲ ਵਿਗੜਦਾ ਰਿਹਾ ਤੇ ਤੁਸੀਂ ਇੱਥੇ ਆ ਕੇ ਲੋਕਾਂ ਇੱਥੋਂ ਦੇ ਸਿੰਘਾਂ ਦੇ ਪੈਰ ਉਖਾੜ ਦੋਗੇ। ਧਿਆਨ ਰੱਖਿਓ, ਸਿੰਗਾਪੁਰ ਇਸ ਤਰ੍ਹਾਂ ਹੀ ਹੋਇਆ, 10-1.5 ਸਾਲ ਰਿਹਾ ਉੱਥੇ। ਸੋ ਐ ਗੁਰਸਿੱਖੋ, ਆਪਣੇ ਪੈਰਾਂ ਨੂੰ ਸੰਭਾਲੋ, ਆਪਣੀ ਸਿੱਖੀ ਨੂੰ ਸੰਭਾਲੋ, ਅੰਮ੍ਰਿਤ ਦੀ ਦਾਤ ਲਵੋ, ਇਤਿਹਾਸ ਸੁਣੋ, ਗੁਰਬਾਣੀ ਦੀ ਵਿਚਾਰ ਨਾਲ ਜੁੜੋ, ਤਾਂ ਆਪਣੇ ਆਪ ਨੂੰ ਰੱਬ ਵਰਗਾ ਹੋ ਕੇ ਸੰਸਾਰ ਦੇ ਵਿੱਚ ਵਿਚਰੋ। ਜਿਉਂਦਿਆਂ ਤੁਸੀਂ ਰੱਬ ਵਰਗਾ ਹੋਣਾ, ਮਰਨ ਤੋਂ ਬਾਅਦ ਰੱਬ ਨੂੰ ਨਹੀਂ ਮਿਲੀਦਾ। ਸਾਡਾ ਜਿਹੜਾ ਫਲਸਫਾ ਹੈ, ਆ ਗॉड ਇਜ਼ ਨਾਟ ਇਨ ਹੈਵਨਸ, ਧਿਆਨ ਰੱਖਣਾ, ਸਾਡੇ ਰੱਬ ਜੀ ਉੱਤੇ ਨਹੀਂ ਵਸਦੇ, ਸਾਡੇ ਰੱਬ ਸਭ ਦੇ ਵਿੱਚ ਵਸਦੇ ਨੇ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ। ਸਾਡੀ ਜਿਹੜੀ ਸਾਖੀ ਹੈ ਤਾਂ ਬ੍ਰਿਟਿਸ਼ਾਂ ਨੇ ਲਿਖਵਾਈ ਹੈ ਸਾਖੀ ਹੈ। ਜਿਹੜੀ ਸਾਡੀ ਸਾਖੀ ਹੈ ਮਹਾਰਾਜ ਦੀ ਬਾਣੀ, ਕਹਿੰਦੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪ੍ਰਵਾਨ ਭਇਆ। ਇਸ ਬਾਣੀ ਨੂੰ ਰੋਜ਼ ਸੁਣੋ, ਇਸ ਨੂੰ ਸਾਖੀ ਕਰੋ। ਜਦੋਂ ਸਿੱਖ ਵਿਚਰੇ ਤੇ ਲੋਕਾਂ ਨੂੰ ਲੱਗੇ ਕਿ ਇਹ ਰੱਬ ਦਾ ਸਰੂਪ ਵਿਚਰ ਰਿਹਾ, ਭਾਈ ਆਖੋ ਸਤਨਾਮ। ਤੁਹਾਡੇ ਨਾਲ ਲੋਕ ਪਿਆਰ ਕਰਨ, ਤਰਸਣ ਤੁਹਾਡੇ ਨਾਲ ਗੱਲ ਕਰਨ ਨੂੰ। ਧਿਆਨ ਰੱਖਣਾ, ਤੁਹਾਡੇ ਨਾਲ ਗੱਲ ਕਰਕੇ ਲੋਕਾਂ ਨੂੰ ਸ਼ਾਂਤੀ ਮਿਲੇ ਕਿ ਅੱਜ ਮੈਂ ਰੱਬ ਨੂੰ ਮਿਲ ਕੇ ਆਇਆ, ਭਾਈ ਆਖੋ ਸਤਨਾਮ। ਐਸਾ ਖਾਲਸੇ ਦਾ ਸਰੂਪ ਸੀ ਜਿਨ੍ਹਾਂ ਤੋਂ ਅੰਗਰੇਜ਼ ਡਰਦਾ ਸੀ। ਯਾਦ ਰੱਖਣਾ, ਖਾਲਸੇ ਦੀ ਐਸੀ ਅਣਖ ਸੀ, ਜਦੋਂ ਖਾਲਸਾ ਕਿਤੇ ਵੀ ਕੋਰਟ ਦੇ ਵਿੱਚ ਬਿਆਨ ਦੇ ਜਾਂਦਾ ਤੇ ਕੋਰਟ ਦੇ ਵਿੱਚ ਐਸੇ ਪ੍ਰੈਸੀਡੈਂਟਸ ਨੇ, ਧਿਆਨ ਰੱਖਣਾ, ਜਿਹੜੇ ਜੱਜ ਕਹਿੰਦਾ ਸੀ ਕਿ ਜੇ ਇੱਕ ਸਿੱਖ ਵਿਟਨੈਸ ਸਾਡੇ ਕੋਲ ਵਿਟਨੈਸ ਦੇ ਜਾਏ ਵਿਟਨੈਸ ਬਾਕਸ ਦੇ ਵਿੱਚ, ਸਾਨੂੰ ਹੋਰ ਵਿਟਨੈਸ ਭੁਗਤਾਉਣ ਦੀ ਲੋੜ ਨਹੀਂ, ਕਿਉਂਕਿ ਖਾਲਸਾ ਜਿਹੜਾ ਹੈ ਝੂਠ ਨਹੀਂ ਬੋਲਦਾ। ਆਖੋ ਸਤਨਾਮ। ਸਾਡਾ ਕਿਰਦਾਰ ਐਸਾ ਉੱਚਾ ਸੀ। ਧਿਆਨ ਰੱਖਿਓ, ਅਸੀਂ ਹਰ ਪਲ ਤੇ ਝੂਠ ਬੋਲ ਰਹੇ ਹਾਂ। ਮਹਾਰਾਜ ਕਹਿੰਦੇ ਤੁਹਾਨੂੰ ਪਤਾ ਤਾਂ ਬਿਗੇਸਟ ਸਿਨ ਔਨ ਦਿਸ ਅਰਥ, ਇਸ ਧਰਤੀ ਦੇ ਉੱਤੇ ਵੱਡਾ ਸਿਨ ਕੀ ਹੈ, ਕਿਹੜਾ ਵੱਡਾ ਪਾਪ ਹੈ? ਮਹਾਰਾਜ ਕਹਿੰਦੇ ਝੂਠ ਬੋਲਣਾ ਪਾਪ ਹੈ। ਕਹਿੰਦੇ ਕਬੀਰ ਜਹਾਂ ਗਿਆਨ ਤਾਂ ਧਰਮ ਹੈ, ਜਹਾਂ ਝੂਠ ਤਹ ਪਾਪ। ਜੇ ਕੋਈ ਬੰਦਾ ਪਾਪੀ ਹੈ, ਪਾਪ ਕਮਾਏਗਾ, ਪਾਪੀ ਹੋਵੇਗਾ, ਮਹਾਰਾਜ ਕਹਿੰਦੇ ਭਾਈ ਉਹ ਝੂਠ ਬੋਲਦਾ ਸੀ। ਆਖੋ ਸਤਨਾਮ। ਸਭ ਤੋਂ ਵੱਡਾ ਝੂਠ ਦੁਨੀਆ ਤੇ ਪਤਾ ਕੀ ਹੈ ਜੀ? ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹਿਣਾ, ਸਭ ਤੋਂ ਵੱਡਾ ਝੂਠ। ਮਹਾਰਾਜ ਕਹਿੰਦੇ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸਕੋ ਸੁਖ ਨਹੀਂ ਕੋਈ, ਜਬ ਇਹ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋਨ में ਫਿਰਤਾ ਹੈ। ਬਹੁਤ ਵੱਡਾ ਝੂਠ ਹੈ। ਸਿੱਖ ਤਾਂ ਝੂਠ ਬੋਲਦਾ ਨਹੀਂ ਸੀ। ਅੱਜ ਪਲ ਪਲ ਤੇ ਸਾਡੇ ਲੋਕ ਇੱਕ ਦੂਜੇ ਨੂੰ ਧੋਖਾ ਦੇ ਰਹੇ ਨੇ, ਲੋਕ ਸਾਥੋਂ ਧੋਖਾ ਖਾ ਰਹੇ ਨੇ। ਐ ਗੁਰਸਿੱਖੋ, ਮੈਂ ਗੱਲਾਂ ਬੋਲ ਨਹੀਂ ਸਕਦਾ ਇਸ ਸਟੇਜ ਤੋਂ, ਐਸੀਆਂ ਗੱਲਾਂ ਨੇ, ਐਸੀਆਂ ਦੁਨੀਆ ਦੇ ਉੱਤੇ ਸਾਡੇ ਲੋਕ, ਸਾਡੇ ਪ੍ਰੈਸੀਡੈਂਟਸ ਖੜੇ ਕਰ ਰਹੇ ਨੇ ਜਿਹਦੇ ਨਾਲ ਲੋਕ ਸਿੱਖਾਂ ਤੋਂ ਨਫ਼ਰਤ ਕਰ ਰਹੇ ਨੇ। ਐ ਗੁਰਸਿੱਖੋ, ਤੁਹਾਨੂੰ ਨਫ਼ਰਤ ਨਾ ਕਰਨ। ਤੁਹਾਡਾ ਸਰੂਪ ਦੇਖ ਕੇ ਆ ਦੇਖੋ, ਕੋਵਿਡ ਵਿੱਚ ਤੁਹਾਡਾ ਕੈਸਾ ਇਮੇਜ ਬਣਿਆ ਸੀ। ਤੁਸੀਂ ਲੋਕਾਂ ਦੇ ਮੰਦਰ, ਲੋਕਾਂ ਦੇ ਚਰਚ ਬੰਦ ਹੋ ਗਏ ਸੀ, ਸਿੱਖਾਂ ਦੇ ਗੁਰਦੁਆਰੇ ਚੱਲਦੇ ਰਹੇ, ਲੰਗਰ ਚੱਲਦਾ ਰਹੇ, ਲੋਕਾਂ ਦੀ ਮਦਦ ਕਰਦੇ ਰਹੇ, ਬਹੁਤ ਅੱਛੀ ਇਮੇਜ ਬਣੀ ਸੀ। ਦੁਨੀਆ ਦੇ ਲੋਕ ਜਰ ਨਹੀਂ ਸਕਦੇ ਤੁਹਾਨੂੰ, ਤੇ ਤੁਹਾਡੀ ਬਦਨਾਮੀ ਉਦੋਂ ਹੀ ਸ਼ੁਰੂ ਕਰਤੀ ਉਹਨਾਂ ਨੇ। ਧਿਆਨ, ਉਹਨਾਂ ਦਾ ਐਸੀ ਟ੍ਰੋਲ ਕਰਨ ਲੱਗ ਗਏ, ਐਸਾ ਸਾਡੇ ਨਾਲ ਮਗਰ ਪੈ ਗਏ ਲੋਕ ਕਿ ਅਸੀਂ ਪਤਾ ਨਹੀਂ ਕਦੋਂ ਸਾਡੇ ਸਿਸਟਮ ਨੂੰ ਸੰਭਾਲਾਂਗੇ, ਸਾਡੇ ਐਡਮਿਨਿਸਟ੍ਰੇਸ਼ਨ ਨੂੰ ਸੰਭਾਲਾਂਗੇ, ਅਸੀਂ ਦੂਰ ਅੰਦੇਸ਼ੀ ਹੋਵਾਂਗੇ, ਜੀਵਨ ਦੇ ਸਾਡੇ ਥਿੰਕ ਟੈਂਕ ਹੋਣਗੇ। ਆਹ ਪੜ੍ਹੇ ਲਿਖੇ ਬੱਚਿਆਂ ਨੇ ਹੀ ਆਉਣ ਵਾਲਾ ਸਮੇਂ ਸੰਭਾਲਣਾ ਹੈ। ਯਾਦ ਰੱਖਣਾ, ਤੁਹਾਡੇ ਹੱਥ ਵਿੱਚ ਬਹੁਤ ਕੁਝ ਹੈ। ਤੁਸੀਂ ਸਿੱਖੋ ਕਿਵੇਂ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਸੰਭਾਲਣਾ ਹੈ। ਤੁਸੀਂ ਗੁਰਸਿੱਖ ਬਣ ਜਾਓ,
ਤੁਸੀਂ ਆਪਣੇ ਗੁਰਬਾਣੀ ਨੂੰ ਰੋਜ਼ ਪੜ੍ਹਿਓ। ਅਸੀਂ ਸਵੇਰ ਦੇ ਕਥਾ ਤੇ ਅਸੀਂ ਸੁਣਾਵਾਂਗੇ ਤੁਹਾਨੂੰ ਕਿਵੇਂ ਅਸੀਂ ਜਪਜੀ ਸਾਹਿਬ ਨਹੀਂ ਅੱਜ ਵੀ ਸਹੀ ਪੜ੍ਹ ਸਕੇ, ਨਹੀਂ ਪੜ੍ਹ ਸਕੇ, ਸਾਰੀ ਜ਼ਿੰਦਗੀ ਲੰਘ ਜਾਣੀ ਹੈ। ਜੀਵਨ ਜੇ ਕੋਈ ਬੰਦਾ ਜਪਜੀ ਸਾਹਿਬ ਪੜ੍ਹ ਲੇ ਨਾ ਸਹੀ ਤਰੀਕੇ ਨਾਲ ਸਮਝ ਕੇ ਪੜ੍ਹ ਲੇ, ਮਹਾਰਾਜ ਕਹਿੰਦੇ ਇਸ ਧਰਤੀ ਉੱਤੇ ਰੱਬ ਨੇ ਧਰਮਸ਼ਾਲਾ ਬਣਾਈ ਹੋਈ ਹੈ। ਰਾਤੀ ਰੁਤੀ ਥਿਥੀਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸੇ ਧਰਤੀ ਥਾਪ ਰੱਖੀ ਧਰਮਸਾਲ। ਇਹ ਰਾਈਟੀਅਸ ਸਕੂਲ ਹੈ, ਰਾਈਟੀਅਸਨੈਸ ਨੂੰ ਲਰਨ ਕਰਨ ਦਾ ਸਕੂਲ ਹੈ ਧਰਤੀ ਤੇ। ਮਹਾਰਾਜ ਕਹਿੰਦੇ ਜੇ ਕਿਤੇ ਸਿੱਖ ਸਿੱਖਦਾ ਐਸਾ ਸਿੱਖ ਬਣ ਜਾਏ ਤੇ ਸਿੱਖ ਰਾਜ ਕਰਨ ਲੱਗ ਜਾਏਗਾ। ਆਖੋ ਸਤਨਾਮ। The kingdom of God will be seen on this earth। ਜੋ ਰੱਬ ਦੀ ਦੁਨੀਆ ਤੁਸੀਂ ਦੇਖਣਾ ਚਾਹੁੰਦੇ ਹੋ, ਰੱਬ ਦਾ ਰਾਜ ਦੇਖਣਾ ਚਾਹੁੰਦੇ ਹੋ, ਇਹ ਖਾਲਸਾ ਪੰਥ ਲੈ ਕੇ ਆਏਗਾ ਜੇ ਬਾਣੀ ਨੂੰ ਫੋਲੋ ਕਰਦਾ ਰਹੇ। ਅੰਮ੍ਰਿਤ ਦੀ ਦਾਤ ਸਿੱਖਿਓ, ਛੱਡਿਓ ਨਾ। ਮਹਾਰਾਜ ਨੂੰ 4 ਕੁਰੈਤਾਂ ਤੋਂ ਵਰਜਿਆ ਸੀ, ਅਸੀਂ ਉਸੇ ਵਿੱਚ ਜਾ ਕੇ ਵੜ ਗਏ। ਧਿਆਨ ਰੱਖਣਾ, ਉਹੀ ਨਸ਼ੇ ਅਸੀਂ ਕਰਨ ਲੱਗ ਪਏ। ਸਾਡੀ ਆਈਡੈਂਟੀਟੀ ਲੋਕਾਂ ਨੇ ਘੋਸ਼ਿਤ ਕਰਤੀ ਕਿ ਵੀ ਇਹ ਸ਼ਰਾਬ ਪੀਣ ਤੋਂ ਬਿਨਾਂ ਰਹਿ ਨਹੀਂ ਸਕਦੇ, ਹੈ ਨਾ। ਅਸੀਂ ਤਾਂ ਐਸੇ ਦਲਦਲ ਵਿੱਚ ਫਸ ਗਏ। ਐ ਗੁਰਸਿੱਖੋ, ਸਿੱਖਾਂ ਨੇ ਆਪਣੀ ਸਿੱਖੀ ਆਪਣੇ ਸਿਰ ਦੇ ਕੇ ਕਮਾਈ ਹੈ। ਆ ਇਤਿਹਾਸ ਤੁਸੀਂ ਸੁਣਦੇ ਆ ਰਹੇ ਹੋ। ਆ ਹੁਣ ਫਿਰ ਨਾਦਰ ਸ਼ਾਹ ਵੜਿਆ, ਦਿੱਲੀ ਵਿੱਚ ਆਊਗਾ ਲਾਹੌਰ ਤੋਂ। ਦੇਖੋ ਕੀ ਕਰਦਾ, ਕੀ ਕੁਛ ਲੈ ਕੇ ਗਿਆ ਇਥੋਂ, ਕਿਵੇਂ ਇਹਨੇ 70,000 ਬੰਦੇ ਮਾਰਤੇ। ਕੈਸਾ ਮਾਰੇ ਇਸ ਵਰਣਨ ਆਏਗਾ ਪ੍ਰਸੰਗ ਵਿੱਚ, ਜਿਹੜਾ ਪਿਆਰ ਨਾਲ ਸਰਵਨ ਕਰੋ ਜੀ। ਗੁਜਰ ਖਾਲਸੇ ਆਸ਼ੀ ਕਰੀ। ਕਹਿੰਦੇ ਭਾਈ ਆਏ ਸਿੰਘਾਂ ਨੇ ਇਹਨਾਂ ਨੂੰ ਲੁੱਟਿਆ ਤੇ ਸਿੰਘਾਂ ਨੇ ਐਸ਼ ਨਾਲ, ਧਿਆਨ ਰੱਖਣਾ, ਆਪਣਾ ਗੁਜ਼ਾਰਾ ਕੀਤਾ। ਨਹੀਂ ਤਾਂ ਇਹਨਾਂ ਨੂੰ ਸਿੰਘਾਂ ਨੂੰ ਇਹ ਜੰਗਲਾਂ ਵਿੱਚ ਭੇਜ ਦਿੰਦੇ ਸੀ, ਟਾਵੇਂ ਰਹਿ ਗਏ ਸੀ ਸਿੰਘ। ਧਿਆਨ ਰੱਖਣਾ, ਐਸੀ ਅਵਸਥਾ ਕਹਿੰਦੇ ਸਿੰਘਾਂ ਨੇ ਹੁਣ ਸੰਭਾਲੀ ਹੈ। ਜਿਤਨੀ ਕਰੀ ਸੋ ਆਸ਼ੀ ਸਰੀ। ਕਹਿੰਦੇ ਜਿੰਨੀ ਕਰੀ ਉਹਨਾਂ ਨੇ, ਜੈਸੀ ਉਹਨਾਂ ਤੋਂ ਬਣ ਪਾਈ, ਜੈਸੀ ਉਹਨਾਂ ਦੀ ਗਿਣਤੀ ਸੀ, ਜਿਤਨਾ ਉਹਨਾਂ ਨੇ ਉਹ ਕਰ ਸਕਦੇ ਸੀ ਉਹਨਾਂ ਨੇ ਅੱਛੀ ਕੀਤੀ। ਨਗਦੀ ਘੋੜਾ ਆਸ਼ੋ ਮਾਲ। ਕਹਿੰਦੇ ਵਧੀਆ ਘੋੜਾ ਨਗਦੀ ਉਹਨਾਂ ਨੇ ਉਸ ਵੇਲੇ, ਜਿਵੇਂ ਤੁਸੀਂ ਹੁਣ ਗੱਡੀਆਂ ਨਹੀਂ ਫਿਰਦੇ ਹੋ ਨਾ, ਉਸ ਵੇਲੇ ਕੇਵਲ ਘੋੜੇ ਹੀ ਗੱਡੀਆਂ ਹੁੰਦੀਆਂ ਸੀ। ਧਿਆਨ ਰੱਖਣਾ, ਉਸ ਵੇਲੇ ਜਿਹੜਾ ਟਰਾਂਸਪੋਰਟ ਦਾ ਮੀਡੀਆ ਸੀ ਨਾ, ਮਾਧਿਅਮ ਸੀ, ਉਹ ਘੋੜੇ ਹੀ ਸਨ। ਕਹਿੰਦੇ ਅੱਛੇ ਘੋੜੇ ਇਹਨਾਂ ਦੇ ਕੋਲ ਸਨ। ਲੂਟ ਲੇਹ ਸਿੰਘ ਗੁਰ ਕੇ ਲਾਲ। ਕਹਿੰਦੇ ਸਿੰਘ ਫਿਰ ਭਾਈ ਕਹਿੰਦੇ ਇਹਨਾਂ ਨੂੰ ਲੁੱਟ ਲੈਂਦੇ ਸੀ, ਜਿਹੜੇ ਲੋਕਾਂ ਨੂੰ ਲੁੱਟਦੇ ਹੁੰਦੇ ਸੀ। ਸਿੰਘ ਕਹੇ ਹਮ ਖਾਤਰ ਆਇਓ। ਕਹਿੰਦੇ ਇਹ ਸਾਡੇ ਹੀ ਖਾਤਰ ਆਏ ਨੇ, ਜਿਹੜਾ ਇੰਨੀ ਦੂਰੋਂ ਆਇਆ। ਇਹ ਅਹਿਮਦ ਸ਼ਾਹ ਇਹਦੇ ਨਾਲ ਹੈ, ਨਾਦਰ ਸ਼ਾਹ ਦੇ। ਧਿਆਨ ਰੱਖਣਾ, ਇਹ ਨਾਦਰ ਸ਼ਾਹ ਇਹਦਾ ਗੁਰੂ ਸੀ ਤੇ ਅਹਿਮਦ ਸ਼ਾਹ ਉਹਦਾ ਗੁਲਾਮ ਸੀ। ਧਿਆਨ ਰੱਖਣਾ, ਕਹਿੰਦੇ ਇਹ ਜੇ ਆਏ ਨੇ ਨਾ ਉਧਰੋਂ ਕਾਬਲ ਕੰਧਾਰ ਤੋਂ, ਖੁਰਾਸਾਨ ਖਸਮਾਨਾ ਕੀ ਆ। ਧਿਆਨ ਰੱਖਣਾ, ਕਹਿੰਦੇ ਹਿੰਦੁਸਤਾਨ ਡਰਾਇਆ। ਕਹਿੰਦੇ ਇਹ ਜਿਹੜੇ ਆਏ ਨੇ ਹਿੰਦੁਸਤਾਨ ਨੂੰ ਡਰਾਉਣ, ਇਹ ਸਾਡੇ ਵਾਸਤੇ ਆਏ ਨੇ, ਆਪਾਂ ਇਹਨੂੰ ਛੱਡਣਾ ਨਹੀਂ। ਕਹਿੰਦੇ ਸਿੰਘ ਤੁਰਕਨ ਸੋਲਰ ਤੁਰਕ ਖਪਾਇਓ। ਕਹਿੰਦੇ ਆ ਸਿੱਖਾਂ ਨੇ ਕਹਿੰਦੇ ਇਹਨਾਂ ਨੂੰ ਤੁਰਕਾਂ ਨੂੰ ਖਪਾ ਦਿੱਤਾ ਜਿੱਥੇ ਵੀ ਮੌਕਾ ਮਿਲਦਾ ਸੀ। ਹੁਣ ਨਾਸ ਦੋਏ ਧਿਰ ਕੋ ਆਇਓ। ਕਹਿੰਦੇ 2 ਧਿਰ, ਇੱਕ ਤਾਂ ਹਿੰਦੁਸਤਾਨ ਦੇ ਮੁਸਲਮਾਨ ਜਿਹੜੇ ਰਾਜ ਕਰਨ ਲੱਗ ਗਏ ਸੀ, ਲੁੱਟਦੇ ਸੀ, ਇੱਥੋਂ ਦੇ ਲੋਕਾਂ ਨੂੰ ਕਨਵਰਟ ਕਰ ਰਹੇ ਸਨ। ਧਿਆਨ ਰੱਖਣਾ, ਸਾਰਾ ਕਸ਼ਮੀਰ ਕਨਵਰਟ ਕਰਤਾ ਸੀ ਇਹਨਾਂ ਨੇ। ਧਿਆਨ ਰੱਖਿਓ। ਫਿਰ ਜਿਹੜੇ ਇਧਰੋਂ ਕਾਬਲ ਕੰਧਾਰ ਤੋਂ ਆਏ, ਹੁਣ ਆ ਰਹੇ ਨੇ ਤਾਜੇ। ਇਹ ਦੋਨੋਂ ਜੋ ਦਲ ਜਿਹੜੇ ਆਏ, ਕਹਿੰਦੇ ਸਿੰਘ ਕਹਿੰਦੇ ਸਾਡੇ ਵਾਸਤੇ ਆਏ ਸੀ, ਇਹਨਾਂ ਨੂੰ ਛੱਡਣਾ ਨਹੀਂ ਹੈ। ਹੁਣ ਖਾਲਸੇ ਵਾਧੋ ਬਣਾਇਓ। ਕਹਿੰਦੇ ਖਾਲਸੇ ਦਾ ਤਾਂ ਵਾਧਾ ਬਣ ਗਿਆ, ਖਾਲਸੇ ਨੂੰ ਤਾਂ ਅਭਿਆਸ ਹੋ ਗਿਆ। ਜਿਮ ਕੰਟਨ ਤੇ ਕੰਟੇ ਨਿਕਾਰ। ਕਹਿੰਦੇ ਜਿਵੇਂ ਕੰਡੇ ਨਾਲ ਕੰਡਾ ਕੱਢਦੇ ਨੇ, ਸੋ ਕੰਟਾ ਫਿਰ ਦੀਜਤ ਡਰ। ਫਿਰ ਉਹੀ ਕੰਡਾ ਫਿਰ ਇਹ ਤੋੜ ਕੇ ਛੱਡ ਦਿੰਦੇ ਸੀ। ਧਿਆਨ, ਜਾਣੇ ਇਹ ਦੋਨਾਂ ਧਿਰਾਂ ਨੂੰ ਲੜਾ ਦਿੰਦੇ। ਐਸੇ ਸਿੰਘਾਂ ਦੇ ਵਿੱਚ ਰਾਜਨੀਤੀ ਸੀ ਜੀਵਨ ਵਿੱਚ। ਹੁਣ ਖਿਆਲ ਰੱਖੋ, ਇੱਕ ਤਾਂ ਹੁੰਦੀ ਕੁਟਲ ਨੀਤੀ, ਇੱਕ ਹੁੰਦੀ ਹੈ ਰਾਜਨੀਤੀ। ਜਿਹੜਾ ਬੰਦਾ ਤੁਹਾਨੂੰ ਨੁਕਸਾਨ ਕਰੇ ਤੇ ਤੁਸੀਂ ਉਹਨੂੰ ਆਪਣੇ ਨੀਤੀ ਦੇ ਨਾਲ ਲੜਾ ਦਿਓ। ਧਿਆਨ ਰੱਖਣਾ, ਆਏ ਪੰਜਾਬ ਤੋਂ ਜਿਹੜੇ ਦਿੱਲੀ ਤੋਂ ਆਏ ਹੋਏ ਮੁਸਲਮਾਨ ਰਾਜੇ ਰਾਜ ਕਰ ਰਹੇ ਸਨ, ਇੱਧਰ ਸਰਹੰਦ ਵੱਲ, ਜਲੰਧਰ ਵੱਲ, ਲਾਹੌਰ ਵੱਲ। ਕਹਿੰਦੇ ਇਹਨਾਂ ਨੂੰ ਹੁਣ ਇਹਨਾਂ ਖੁਰਾਸਾਨਾਂ ਨਾਲ ਲੜਾ ਦੇਣਾ ਇਹਨਾਂ ਨੇ। ਕਹੇ ਸਿੰਘ ਅਬ ਸਮੋ ਸੋ ਆਇਆ। ਕਹਿੰਦੇ ਉਹ ਸਮੇਂ ਆ ਗਿਆ ਹੁਣ, ਹੋ ਸਤਗੁਰ ਜੋ ਬਚਨ ਅਲਾਇਆ। ਜੋ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਸੀ, ਭਾਈ ਰਾਜ ਕਰੇਗਾ ਖਾਲਸਾ। ਖਿਆਲ ਰੱਖਿਓ, ਪਹਿਲਾਂ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ, ਫਿਰ ਇਹਨਾਂ ਦੇ ਵਿੱਚੋਂ ਹੀ ਹੁਣ ਅੱਗੇ
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੜਾ ਹੋਣਾ ਹੈ, ਧਿਆਨ ਰੱਖਣਾ। ਕਹਿੰਦੇ ਭਾਈ ਜੇ ਹੁਣ ਰਾਜ ਕਰਨ ਦਾ ਸਮੇਂ ਆ ਰਿਹਾ ਹੈ, ਕਹਿੰਦੇ ਮਹਾਰਾਜ ਨੇ ਬਚਨ ਕੀਤਾ ਹੋਇਆ ਹੈ ਐਸਾ ਹੋਏਗਾ ਤੇ ਐਸਾ ਹੋ ਰਿਹਾ ਹੈ। ਕਾਬਲ ਤੇ ਇੱਕ ਕੁੱਤਾ ਮੰਗਾਉ। ਕਹਿੰਦੇ ਕਾਬਲ ਤੋਂ ਕੁੱਤਾ ਮੰਗਾਇਆ, ਇਹਨੂੰ ਕੁੱਤਾ ਕਹਿੰਦੇ ਸੀ, ਧਿਆਨ ਰੱਖਣਾ। ਜਿਹੜਾ ਨਾਦਰ ਸ਼ਾਹ ਸੀ ਇਹ ਕੁੱਤਿਆਂ ਵਾਲਾ ਕੰਮ ਕਰਦਾ ਸੀ। ਇਨਕਾ ਉਨ ਤੇ ਨਾਸ਼ ਕਰਾਉ। ਇਹਨਾਂ ਦਾ ਉਹਨਾਂ ਦੇ ਨਾਲ ਨਾਸ਼ ਕਰਾ ਦੇਣਾ ਦਿੱਲੀ ਦੇ ਤਖਤ ਦਾ। ਤੇ ਜਿਹੜਾ ਕਾਬਲ ਤੋਂ ਆ ਰਿਹਾ ਹੈ ਕੁੱਤਾ ਇਹ ਨਾਦਰ ਸ਼ਾਹ। ਫਿਰ ਦੱਖਣ ਤੇ ਲਿਆਉ ਫੌਜ। ਫਿਰ ਮੈਂ ਦੱਖਣ ਤੋਂ ਕਹਿੰਦੇ ਫੌਜ ਲਿਆਵਾਂਗਾ ਜਿਹੜੇ ਮਰਾਠੇ ਸੀ। ਲੜ ਕਰ ਇੱਕ ਉਨ ਮਿਟੈ ਜਿਉ ਖੋਜ। ਕਹਿੰਦੇ ਆਪਸ 'ਚ ਹੀ ਲੜ ਕੇ ਕਹਿੰਦੇ ਮਿਟ ਜਾਣਗੇ। ਫੇਰ ਖਾਲਸੇ ਭੋਰੋ ਮੰਗਾਉ। ਕਹਿੰਦੇ ਉਸ ਵੇਲੇ ਫਿਰ ਕਹਿੰਦੇ ਖਾਲਸੇ ਨੂੰ ਕਹਿੰਦੇ ਭਾਈ ਮੈਂ ਖੜਾ ਕਰਾਂਗਾ। ਦੋ ਖਾਲਸਾ ਮੇਲ ਕਰਾਉ। ਕਹਿੰਦੇ ਫਿਰ ਖਾਲਸਾ ਕਹਿੰਦੇ ਸਭ ਦਾ ਮੇਲ ਕਰਾਏਗਾ ਦੋਹਾਂ ਦਾ। ਦਿੱਲੀ ਲਾਹੌਰ ਕੇ ਤਖਤ ਪਟਾਉ। ਕਹਿੰਦੇ ਦਿੱਲੀ ਤੇ ਲਾਹੌਰ ਦਾ ਤਖਤ ਹੀ ਪਟਾ ਦਿਆਂਗੇ। ਆ ਜਿਹੜਾ ਤਖਤ ਲੈ ਕੇ ਜਾਊਗਾ ਨਾ ਨਾਦਰ ਸ਼ਾਹ, ਕਹਿੰਦੇ ਭਾਈ ਇਹ ਦਿੱਲੀ ਦਾ ਤਖਤ ਇਹਨੂੰ ਹੁਣ ਚੱਕ ਕੇ ਲੈ ਜਾਣਾ। ਹੁਣ ਇਹ ਇਤਿਹਾਸ ਇੱਥੇ ਚੱਲ ਰਿਹਾ ਹੈ। ਇਹ 1794 ਦੀ ਬਾਅਦ ਦੀ ਗੱਲ ਹੈ, ਘਟਨਾ, ਧਿਆਨ ਰੱਖਣਾ। ਇਹ ਉਸ ਵੇਲੇ ਕਿਵੇਂ ਨਾਦਰ ਸ਼ਾਹ ਆ ਰਿਹਾ ਹੈ ਉਹਦਾ ਜ਼ਿਕਰ ਕਰ ਰਹੇ ਨੇ ਭਾਈ ਸਾਹਿਬ ਜੀ। ਸਾਤੋ ਧਾਰਨ ਧੂੜ ਮਿਲਾਉ। ਕਹਿੰਦੇ ਸਾਤੋ ਧਾਰਨ, ਧਿਆਨ ਰੱਖਣਾ। ਜਿਵੇਂ 7 ਧਾਰਾਂ ਸੀ ਕਹਿੰਦੇ ਪਹਾੜੀਆਂ ਦੀ, ਕਹਿੰਦੇ ਉਹਨਾਂ ਦੀ ਧੂੜੀ ਵਿੱਚ ਮਿਲਾ ਦਿਆਂਗੇ। 22 ਸੂਬੇ ਦਿਉ ਤੋੜ। ਕਹਿੰਦੇ 22 ਧਾਰ ਦੇ ਰਾਜੇ ਸਨ ਇੱਕ ਪਾਸੇ, ਕਹਿੰਦੇ ਉਹ ਸੂਬੇ ਸਭ ਟੁੱਟ ਜਾਣਗੇ। ਵਜ਼ੀਰ ਪਤ ਸ਼ਾਹਨ ਦਿਉ ਫੋੜ। ਕਹਿੰਦੇ ਜਿਹੜੇ ਵਜ਼ੀਰ ਸੀ ਕਹਿੰਦੇ ਸ਼ਾਹਨਾਂ ਨੂੰ ਮਾਰਨ ਲੱਗ ਜਾਣਗੇ। ਜਿਹੜੇ ਵਜ਼ੀਰ ਸੀ ਨਾ ਉਹ ਰਾਜਿਆਂ ਨੂੰ ਮਾਰਨ ਲੱਗ ਜਾਣਗੇ। ਤੁਰਕ ਨਗਾਰੋ ਵਜਨ ਹਟਾਉ। ਕਹਿੰਦੇ ਜਿਹੜਾ ਵਜਨ ਤੁਰਕਾਂ ਦਾ ਪਾਇਆ ਸੀ ਉਹ ਹਟਾ ਦੇਾਂਗੇ। ਅਕਾਲ ਕੋ ਜਾਪ ਜਪਾਉ। ਕਹਿੰਦੇ ਖਾਲਸਾ ਕਹਿੰਦੇ ਅਕਾਲ ਦਾ ਜਾਪ ਕਰਦਾ ਫਿਰੇਗਾ। ਸੋ ਸਮੋ ਅਬ ਆਇਓ ਜਨ। ਉਹ ਸਮੇਂ ਹੁਣ ਆ ਗਿਆ ਜਾਣੋ। ਉਸ ਵੇਲੇ ਸਿੰਘ ਵਚਨ ਕਰ ਰਹੇ ਨੇ, ਜਿਸ ਵੇਲੇ ਨਾਦਰ ਸ਼ਾਹ ਆਇਆ ਉਸ ਵੇਲੇ ਦਾ ਜ਼ਿਕਰ ਹੈ। ਸੋ ਐਸਾ ਉਸ ਵੇਲੇ ਵੀ ਸਿੱਖ ਐਸੀ ਘਟਨਾ ਵਿੱਚੋਂ ਐਸੀ ਅਵਸਥਾ ਵਿੱਚੋਂ ਨਿਕਲਿਆ। ਤੁਹਾਨੂੰ ਪਤਾ ਸਿੱਖ ਨੂੰ ਇੱਕ ਬਹੁਤ ਸੁੰਦਰ ਸਬਕ ਪੜਾਇਆ ਮਹਾਰਾਜ ਨੇ। ਕੀ ਪੜਾਇਆ ਹੈ? ਇੱਕ ਤਾਂ ਸਭ ਦੇ ਵਿੱਚ ਰੱਬ ਨੂੰ ਦੇਖਣਾ, ਸਭ ਤੇ ਤਰਸ ਖਾਣਾ, ਦਇਆ ਰੱਖਣੀ। ਧੌਲ ਧਰਮ ਦਇਆ ਕਾ ਪੂਤ, ਧਿਆਨ ਰੱਖਣਾ। ਕਹਿੰਦੇ ਜਿਹੜਾ ਧਰਮ ਹੈ ਨਾ ਦਇਆ ਤੋਂ ਪੈਦਾ ਹੁੰਦਾ ਹੈ। ਜੇ ਤੁਹਾਡੇ ਵਿੱਚ ਦਇਆ ਨਹੀਂ ਹੈ ਤੁਸੀਂ ਧਰਮੀ ਨਹੀਂ ਹੋ, ਧਿਆਨ ਰੱਖਣਾ। ਸਿੱਖ ਨੂੰ ਧਰਮੀ ਬਣਾਇਆ ਕਿਵੇਂ? ਕਹਿੰਦੇ ਸਿੱਖ ਲੰਗਰ ਚਲਾਉਂਦਾ, ਜਿਸ ਵੇਲੇ ਵਿਪਤਾ ਪੈਂਦੀ ਹੈ ਤੇ ਉਹਨੂੰ ਸਹਾਰਾ ਦਿੰਦਾ ਹੈ। ਯਾਦ ਰੱਖਣਾ ਜੀਵਨ ਦੇ ਵਿੱਚ ਸਿੱਖ ਦੇ ਮੂਹਰੇ ਆ ਕੇ ਕੋਈ ਬੇਨਤੀ ਕਰ ਜਾਏ ਨਾ ਕਿ ਮਹਾਰਾਜ ਆਹ ਮੇਰੇ ਨਾਲ ਅਤਿਆਚਾਰ ਕਰ ਰਿਹਾ ਹੈ, ਕਹਿੰਦੇ ਸਿੱਖ ਫਿਰ ਨਹੀਂ ਖਿਆਲ ਕਰਦਾ ਸੀ ਕਿ ਮੈਂ ਰਹਾਂਗਾ ਕਿ ਨਹੀਂ ਰਹਾਂਗਾ। ਉਹ ਜੂਝ ਪੈਂਦਾ ਸੀ। ਕਹਿੰਦੇ ਪਹਿਲਾ ਮਰਨ ਕਬੂਲ, ਜੀਵਨ ਕੀ ਛੜਾਸ, ਉਹ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਸਾਨੂੰ ਮਰਨ ਦਾ ਸਬਕ ਸਿਖਾਇਆ ਮਹਾਰਾਜ ਨੇ। ਮਹਾਰਾਜ ਕਹਿੰਦੇ ਮਰਨੇ ਤੇ ਜਗਤ ਡਰੇ, ਜੀਵਿਆਂ ਲੋੜਾ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੇ, ਹੁਕਮੇ ਬੁਝੈ ਸੋਏ ਨਾਨਕ ਐਸੀ ਮਰਨੀ ਜੋ ਮਰੈ। ਤਾਂ ਮਹਾਰਾਜ ਕਹਿੰਦੇ ਭਾਈ ਸਦ ਜੀਵਨ ਹੋਏ, ਆਖੋ ਸਤਨਾਮ। ਜੇ ਤੁਸੀਂ ਜੀਵਨ ਦੇ ਵਿੱਚ ਸਿੱਖ ਬਣਿਓ, ਸਬਕ ਸੁਣਿਓ। ਪਹਿਲਾਂ ਸਰੀਰ ਦੇ ਮਰਨ ਤੋਂ ਪਹਿਲਾਂ ਮਨ ਦਾ ਮਰਨਾ ਜ਼ਰੂਰੀ ਹੈ ਭਾਈ, ਆਖੋ ਸਤਨਾਮ। ਜੇ ਸਰੀਰ ਮਰ ਗਿਆ ਮਨ ਨਾ ਮਰਿਆ ਕੀ ਹੋਏਗਾ ਦੱਸੋ? ਤੁਸੀਂ ਦੱਸੋ ਕੀ ਹੋਏਗਾ? ਜੇ ਸਰੀਰ ਮਰ ਗਿਆ ਮਨ ਨਾ ਮਰਿਆ ਮਨ ਭਟਕੇਗਾ। ਜੇ ਸਰੀਰ ਮਿਲਿਆ ਇਸ ਵਾਸਤੇ ਸੀ ਕਿ ਮਨ ਮਿਟ ਜਾਂਦਾ ਤੇ ਰੱਬ ਦੇ ਵਿੱਚ ਸਮਾ ਜਾਂਦਾ, ਇਸ ਵਾਸਤੇ ਰੱਬ ਨੇ ਸਰੀਰ ਦਿੱਤਾ ਸੀ। ਆਪਾਂ ਆ ਜਿਹੜਾ ਸਰੀਰ ਲਈ ਬੈਠੇ ਆ ਨਾ, ਜਿਹਨੂੰ ਇੱਕ ਦਿਨ ਸਭ ਨੇ ਛੱਡ ਕੇ ਚਲੇ ਜਾਣਾ ਹੈ, ਇੱਕ ਦਿਨ ਸਭ ਦੀ ਵਾਰੀ ਆਉਣੀ ਹੈ। ਜੇ ਅਸੀਂ ਉਸ ਨੂੰ ਛੱਡਣ ਤੋਂ ਪਹਿਲਾਂ ਜੇ ਮਨ ਨੂੰ ਨਾ ਮਾਰਿਆ, ਮਨ ਦੇ ਅੰਦਰ ਹੰਕਾਰ ਨਾ ਤੋੜਿਆ, ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਨਾ ਕਿਹਾ, ਸਭ ਕੁਝ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾਣਾ ਜੀਓ, ਸਮਝੋ ਅਸੀਂ ਹੰਕਾਰੀ ਮਰ ਗਏ, ਆਖੋ ਸਤਨਾਮ। ਜਿਹੜਾ ਬੰਦਾ ਹੰਕਾਰ ਵਿੱਚ ਹੋਵੇ ਉਹਨੂੰ ਹੰਕਾਰ ਕਹਿੰਦੇ ਨੇ। ਜਿਹੜਾ ਰੱਬ ਦੇ ਕੀਤੇ ਨੂੰ ਆਪਣਾ ਕੀਤਾ ਜੀਵਨ ਵਿੱਚ ਸਰੀਰ ਵਿੱਚ ਰਹਿੰਦਿਆਂ ਹੋਇਆਂ ਕਰਦਾ ਰਹੇ। ਜਿਹੜਾ ਭੁੱਲ ਕੇ ਵੀ ਇਸ ਅਵਸਥਾ ਨੂੰ ਨਾ ਟਿਕਾਵੇ ਕਿ ਭਾਈ ਮੈਂ ਕੀਤਾ, ਭੁੱਲ ਕੇ ਵੀ ਨਾ ਬੋਲੇ, ਉਹ ਸਿੱਖ ਹੁੰਦਾ ਹੈ ਭਾਈ, ਆਖੋ ਸਤਨਾਮ। ਉਹ ਸਿੱਖ ਹੁੰਦਾ ਕਿ ਆਪਾਂ ਐਸੇ ਆਪਣੇ ਆਪ ਨੂੰ ਜਨਾਏ ਬਿਨਾ ਰਹਿਣੇ ਆ
ਰੱਬ ਨੂੰ ਜਨਾ ਕੇ ਜੀਵਨ ਦੇ ਵਿੱਚ ਹਰ ਸ਼ਬਦ ਬੋਲਦੇ ਹਾਂ, ਅਸੀਂ ਪਹਿਰਾ ਦਿੰਦੇ ਹਾਂ। ਇਹਦੇ ਉੱਤੇ ਵਿਚਾਰ ਕਰੋ, ਬਹੁਤ ਵਿਚਾਰ ਕਰੋ। ਸਾਡਾ ਸਿੱਖ ਕਦੇ ਭੁੱਲ ਕੇ ਆਪਣੇ ਆਪ ਨੂੰ ਨਾ ਜਨਾਵੇ, ਭਗਤ ਕਰੇ ਮੂਰਖ ਆਪ ਜਨਾਵੇ, ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ। ਯਾਦ ਰੱਖਿਓ, ਜੇ ਦੁਨੀਆ ਤੇ ਕੋਈ ਬੰਦਾ ਕਿਸੇ ਜਾਤੀ ਦਾ, ਕਿਸੇ ਕਮਿਊਨਿਟੀ, ਕਿਸੇ ਦੇਸ਼ ਕਾਲ ਵਿੱਚ ਦੀ ਲੰਘ ਰਿਹਾ, ਜੇ ਭੁੱਲ ਕੇ ਕਹਿੰਦਾ ਮੈਂ ਕੀਤਾ, ਉਹ ਦੁਖੀ ਹੋ ਰਿਹਾ ਹੈ। ਆਖੋ ਸਤਨਾਮ। ਦੁਖੀ ਹੋ ਰਿਹਾ। ਜੇ ਉਹ ਕਹਿਣਾ ਸਿੱਖ ਜਾਏ, ਉਹਨੂੰ ਸਿਖਾ ਦਿੱਤਾ ਜਾਵੇ ਕਿ ਤੁਸੀਂ ਨਹੀਂ ਕੀਤਾ, ਰੱਬ ਤੁਹਾਡੇ ਵਿੱਚ ਵਸਦਾ, ਉਹ ਕਰਾਉਂਦਾ, ਤਾਂ ਤੁਸੀਂ ਕਰਦੇ ਹੋ, ਤੁਸੀਂ ਸੁੱਖ ਦੇ ਰਾਸਤੇ ਤੇ ਚੱਲ ਪਏ। ਜਦੋਂ ਤੁਸੀਂ ਇਸ ਰਾਸਤੇ ਤੇ ਚੱਲਦੇ ਚੱਲਦੇ ਸੁਖੀ ਹੋਵੋਗੇ ਤੇ ਤੁਸੀਂ ਕਿਹੜੀ ਗੱਲ ਨੂੰ ਤੁਹਾਡਾ ਇਹ ਫਲ ਲੱਗੇਗਾ, ਇਹ ਫੁੱਲ ਤੋਂ ਫਲ ਬਣਨਾ ਹੈ। ਕਹਿੰਦੇ ਇਹ ਫਲ ਲੱਗਣਾ ਹੈ, ਤੁਸੀਂ ਰੱਬ ਵਰਗੇ ਹੋ ਜਾਓਗੇ। ਤੁਸੀਂ ਕਹੋਗੇ ਕਰਦਾ ਵੀ ਤੂੰ ਸੀ ਤੇ ਕਰਾਉਂਦਾ ਵੀ ਤੂੰ ਸੀ। ਆਖੋ ਸਤਨਾਮ। ਬੋਲਦਾ ਵੀ ਤੂੰ ਸੀ ਤੇ ਬੁਲਾਉਂਦਾ ਵੀ ਤੂੰ ਸੀ। ਤੂੰ ਆਪੇ ਦਾਤਾ ਆਪੇ ਭੁਗਤਾ, ਜੀ ਹਾਂ ਤੁਧ ਬਿਨ ਅਵਰ ਨਾ ਜਾਣਾ। ਐਸੀ ਅਵਸਥਾ ਸਿੱਖ ਦੀ ਹੋਣੀ ਹੈ ਇਸ ਰਾਸਤੇ ਤੇ ਵੀ ਚੱਲਦਿਆਂ ਹੋਇਆਂ। ਇਹ ਤਿੰਨ ਅਵਸਥਾਵਾਂ ਹਮੇਸ਼ਾ ਯਾਦ ਰੱਖਣਾ। ਆਪਣੇ ਆਪ ਨੂੰ ਜਨਾਉਣਾ ਨਹੀਂ, ਰੱਬ ਨੂੰ ਜਨਾ ਕੇ ਗੱਲ ਕਰਨੀ ਤੇ ਰੱਬ ਦੇ ਵਿੱਚ ਸਮਾ ਜਾਣਾ। ਬਸ ਇਹ ਸਿੱਖ ਦਾ ਧਰਮ ਹੈ। ਸਰੀਰ ਦੇ ਵਿੱਚ ਰਹਿੰਦਿਆਂ, ਜੇ ਸਰੀਰ ਵਿੱਚ ਰਹਿੰਦਿਆਂ ਹੈ ਸਿੱਖ ਨੇ ਇਹ ਨਾ ਸਿੱਖਿਆ ਤੇ ਮਨ ਨਾ ਮਾਰਿਆ ਤੇ ਸਰੀਰ ਮਰ ਗਿਆ, ਮਨ ਭਟਕਦਾ ਰਹੇਗਾ। ਇਹ ਮਨ ਕੇਤੜਿਆਂ ਜੁਗ ਭਰਮਿਆ। ਕਈ ਜੁਗਾਂ ਦਾ ਸਾਡਾ ਮਨ ਭਟਕ ਰਿਹਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੂੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਪਿਖ ਜੋਇਓ। ਕਈ ਜਨਮਾਂ ਦੇ ਅਸੀਂ ਭਟਕ ਰਹੇ ਹਾਂ, ਕਈ ਜਨਮਾਂ ਦੇ। ਇਹ ਨਾ ਖਿਆਲ ਕਰੋ ਕਿ ਆਹੀ ਜਨਮ ਸਾਨੂੰ ਮਿਲਿਆ, ਕਈ ਜਨਮ ਲੈ ਚੁੱਕੇ ਹਾਂ। ਹੁਣ ਮਰਨ ਤੋਂ ਬਾਅਦ ਵੀ ਕਈ ਜਨਮ ਲਵਾਂਗੇ, ਜਦੋਂ ਤੱਕ ਸਾਡਾ ਮਨ ਸਿੱਧੇ ਰਾਸਤੇ ਤੇ ਨਹੀਂ ਆਏਗਾ। ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਨਹੀਂ ਕਹਿਣ ਲੱਗੇਗਾ। ਆਖੋ ਸਤਨਾਮ। ਕਹਿੰਦੇ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿਣ ਦੀ ਅਵਸਥਾ ਇਸ ਭਗਤਾਂ ਤੋਂ ਸੁਣੋ, ਜਿਨ੍ਹਾਂ ਨੇ ਭੁੱਲ ਕੇ ਨਹੀਂ ਕਿਹਾ ਮੈਂ ਕੁਝ ਕੀਤਾ। ਧਿਆਨ ਰੱਖਣਾ, ਇਸ ਭਗਤਾਂ ਤੋਂ ਸੁਣੋ, ਚਾਹੇ ਉਹ ਹਿੰਦੂ ਸਨ, ਚਾਹੇ ਮੁਸਲਮਾਨ ਸਨ, ਚਾਹੇ ਨੀਵੀਂ ਜਾਤੀ ਦੇ ਸਨ, ਚਾਹੇ ਉੱਚ ਜਾਤੀ ਦੇ ਸਨ, ਚਾਹੇ ਜੋ ਮਰਜ਼ੀ ਭਾਸ਼ਾ ਬੋਲਦੇ ਸਨ। ਇਹਨਾਂ ਬਾਣੀ ਨੂੰ ਸੁਣੋ, ਬਾਰ-ਬਾਰ ਸੁਣੋ। ਆਇਓ ਸੁਣਨ ਪੜਨ ਕੋ ਬਾਣੀ। ਅਸੀਂ ਇਸ ਬਾਣੀ ਨੂੰ ਸੁਣਨ ਆਇਆ ਤਾਂ ਕਿ ਸਾਡੀ ਬਾਣੀ ਘਟ ਜਾਏ, ਅਸੀਂ ਕਿਸੇ ਨਾਲ ਨਫ਼ਰਤ ਨਾ ਕਰੀਏ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਕਹਿੰਦੇ ਭਾਈ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਾਈ। ਐਸੀ ਆਵਾਜ਼, ਐਸੀ ਸ਼ਬਦਾਂ ਦੀ ਪ੍ਰਣਾਲੀ ਹਿਰਦੇ 'ਚ ਵਸਾਓ ਗੁਰਬਾਣੀ ਤੋਂ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਂਘ ਰਹਾਓ। ਆਹ ਗੁਰਬਾਣੀ ਦਾ ਆਧਾਰ ਸਿੱਖ ਦੇ ਹਿਰਦੇ 'ਚ ਵਸ ਜੇ। ਕਹਿੰਦੇ ਭਾਈ ਸਭ ਦੇ ਵਿੱਚ ਰੱਬ ਨੂੰ ਦੇਖੇ, ਆਪਣੇ ਵਿੱਚ ਰੱਬ ਨੂੰ ਦੇਖੇ, ਆਪਣੇ ਵਿੱਚ ਰੱਬ ਦੀ ਭਗਤੀ ਕਰੇ, ਸਭ ਦੇ ਵਿੱਚ ਰੱਬ ਨੂੰ ਯਾਦ ਕਰੇ। ਤੇ ਮਾਤਾ ਭੁੱਲ ਕੇ ਵੀ ਬੱਚੇ ਨੂੰ ਨਾ ਕਹੇ ਮੈਂ ਕੀਤਾ, ਤੇ ਪਿਤਾ ਨਾ ਬੋਲੇ ਮੈਂ ਕਰਕੇ ਆਇਆ। ਤੇ ਪਿਤਾ ਤੇ ਮਾਤਾ, ਇੱਥੋਂ ਸਾਡਾ ਘਰ ਸ਼ੁਰੂ ਹੋਣਾ ਹੈ, ਇੱਥੋਂ ਸ਼ੁਰੂ ਹੁੰਦਾ। ਜਿਹੜੇ ਮਾਤਾ ਪਿਤਾ ਅੱਜ ਬਣੇ ਹੋਏ ਨੇ, ਇੱਕ ਦਿਨ ਇਹ ਵੀ ਬੱਚੇ ਸੀ। ਜਿਹੜੇ ਅੱਜ ਬੱਚੇ ਨੇ, ਕੱਲ ਨੂੰ ਇਹਨਾਂ ਨੇ ਮਾਤਾ ਪਿਤਾ ਬਣਨਾ। ਇਹ ਫਿਊਚਰ ਹੈ ਸਾਡਾ। ਜੇ ਤੁਸੀਂ ਹੁਣ ਕੰਡੇ ਬੋਗੇ, ਆਪ ਤਾਂ ਦੁਖੀ ਹੋਵੋਗੇ। ਆਪਣੇ ਘਰ ਦੇ ਨਿਕਲਦੇ ਆਉਂਦੇ ਆ ਜਾਂਦੇ ਆ, ਦੁਨੀਆ ਨੂੰ ਵੀ ਤੰਗ ਕਰਕੇ ਚਲੇ ਜਾਓਗੇ। ਐ ਗੁਰਸਿੱਖੋ, ਗੁਰਸਿੱਖੋ ਤੁਸੀਂ ਰੱਬ ਹੋ। ਰੱਬ ਮਨ ਤੂੰ ਜੋਤ ਕਹਿ ਦਿਓ ਸਰੂਪ ਹੈ, ਕਹਿ ਦਿਓ ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ। ਕਹਿ ਦਿਓ ਮਨ ਹਰ ਜੀ ਤੇਰੇ ਨਾਲ ਹੈ। ਗੁਰਮਤੀ ਰੰਗਮਾਨ, ਇਸ ਬਾਣੀ ਦੇ ਮਤ ਤੋਂ ਰੰਗ ਮਾਨੋ, ਆਪਣੀ ਮਤ ਤਿਆਗੋ। ਤਿਆਗੈ ਮਨ ਕੀ ਮਤੜੀ। ਧਿਆਨ ਰੱਖਣਾ, ਆਪਣੀ ਮਤ ਨੂੰ ਤਿਆਗੋ। ਮਹਾਰਾਜ ਕਹਿੰਦੇ ਮਨ ਕੀ ਮਤ ਤਿਆਗ ਦਿਓ, ਗੁਰ ਕੀ ਮਤ ਲੋ। ਗੁਰ ਕੀ ਮਤ, ਗੁਰ ਕੀ ਮਤ ਤੂੰ ਲੇਹ ਇਹ ਆਣੇ, ਭਗਤ ਬਿਨਾ ਬਹੁਤ ਡੁੱਬੇ ਸਿਆਣੇ। ਬੜੇ ਬੜੇ ਡੁੱਬ ਗਏ, ਚਾਹੇ ਕਿਸੇ ਜਾਤੀ ਦੇ ਨੇ। ਇੱਥੇ ਜਾਤੀ ਮੈਟਰ ਨਹੀਂ ਕਰਦੀ। ਜਾਤ ਕਾ ਗਰਬ ਨਾ ਕਰਿਓ, ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਮਹਾਰਾਜ ਕਹਿੰਦੇ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ। ਇਹ ਨਾ ਕਹੋ ਮੈਂ ਜੱਟ ਹਾਂ ਜੀ, ਮੈਂ ਜੱਟ ਹਾਂ, ਇਹ ਕਹਿੰਦੇ ਨਾ ਫਿਰੋ। ਇਹ ਨਾ ਕਹੋ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਇਹ ਨਾ ਕਹੋ। ਤੁਸੀਂ ਕਹੋ ਜੀ ਮੈਂ ਸਿੱਖ ਹਾਂ। ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਨਾਮ ਬਿਨਾ ਸਭ ਨੀਚ ਜਾਤ ਹੈ, बिष्टा का कीड़ा होए। कैसी कैसी बातें ने महाराज दिया। सिख सुन रहे हैं। सिख अपने मन तो हटता नहीं, गुरु वाल जुड़ता नहीं। अपने आप को सिख कहाउंदा है। बाल कटाए होंगे ने तो कहना आई एम प्राउड टू बी ए सिख। ध्यान रखना, टिंड वर्गा सिर हुंदा है, कन्नां च बाणियां पाईयां हुंदियां ने, कंजर खांदा करदे हुंदे ने। पर की कहंदे ने टी शर्ट दे उत्ते लिखिया की हुंदा है,
I am proud to be a Khalsa. This is what we are projecting the world. ਐ ਗੁਰਸਿੱਖੋ ਬਚੋ, ਤੁਸੀਂ ਦੁਨੀਆ ਨੂੰ ਬਚਣ ਦਿਓ। ਜੇ ਤੁਸੀਂ ਇਫ ਯੂ ਆਰ ਰੀਅਲੀ ਪ੍ਰਾਊਡ ਟੂ ਬੀ ਅ ਖਾਲਸਾ, ਅੰਮ੍ਰਿਤ ਛਕ ਲਓ। ਕਿਉਂ ਨਹੀਂ ਆਪਣੇ ਆਪ ਨੂੰ ਤੁਸੀਂ ਰੱਬ ਦੇ ਰਸਤੇ ਤੇ ਲਿਆਉਂਦੇ, ਰੱਬ ਵਰਗੇ ਬਣਦੇ? ਕਿਉਂ ਨਹੀਂ ਸਭ ਨਾਲ ਪਿਆਰ ਕਰਦੇ? ਕਿਉਂ ਨਫ਼ਰਤ ਕਰਦੇ ਹੋ? ਕਿਉਂ ਆਪਣੇ ਆਪ ਨੂੰ ਜੱਟ ਤੇ ਵੱਡੀ ਜਾਤੀ ਕਹਾਉਂਦੇ ਹੋ? ਕਿਉਂ ਕਹਾਉਂਦੇ ਹੋ? ਨਹੀਂ ਕਹਾਓ, ਨਹੀਂ ਕਹਾਓ, ਸਭ ਨਾਲ ਪਿਆਰ ਕਰੋ। ਮਹਾਰਾਜ ਕਹਿੰਦੇ ਜਿਹੜਾ ਨੀਵੇਂ ਤੋਂ ਨੀਵਾਂ ਹੈ ਨਾ, ਉਹਦੇ ਨਾਲ ਪਿਆਰ ਕਰੋ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਕਹਿੰਦੇ ਜਿੱਥੇ ਨੀਚ ਸਮਾਲੀਏ ਤਿੱਥੇ ਨਦਰ ਤੇਰੀ ਬਖਸ਼ੀਸ਼। ਆਹ ਗੱਲ ਸੁਣੋ, ਮਹਾਰਾਜ ਤੋਂ ਸੁਣੋ, ਨਹੀਂ ਸੁਣੀ ਜਾਂਦੀ, ਜਰੀ ਨਹੀਂ ਜਾਂਦੀ ਲੋਕਾਂ ਤੋਂ। ਧਿਆਨ ਰੱਖਣਾ ਤੇ ਜੀਵਨ ਦੇ ਵਿੱਚ ਪੈਰ ਇਕੱਠੇ ਕਰੋ, ਜਮਾਓ, ਪੈਰਾਂ ਨਾਲ ਚੱਲ ਧਰਤੀ ਤੇ ਚੱਲੋ, ਉੱਡੋ ਨਾ। ਧਿਆਨ ਰੱਖਣਾ ਆ ਵੀਡਸ ਖਾ ਖਾ ਕੇ, ਨਸ਼ੇ ਕਰ ਕਰਕੇ, ਧਿਆਨ ਰੱਖਣਾ ਅਸੀਂ ਉੱਡ ਉੱਡ ਕੇ ਦਿਖਾ ਰਹੇ ਹਾਂ ਲੋਕਾਂ ਨੂੰ। ਆਪਣੀ ਜਾਤੀ ਦੇ ਵਿੱਚ ਆਓ। ਤੁਹਾਨੂੰ ਮਹਾਰਾਜ ਨੇ ਮਨੁੱਖਾ ਜਾਤੀ ਦਿੱਤੀ ਹੈ। ਮਹਾਰਾਜ ਕਹਿੰਦੇ ਮਾਨੁਖ ਕੀ ਜਾਤ ਸਵੈ ਏਕੈ ਪਹਿਚਾਨਵੋ, ਸਭ ਦੇ ਵਿੱਚ ਇੱਕ ਰੱਬ ਨੂੰ ਜਾਣੋ। ਕਹਿੰਦੇ ਭੁੱਲ ਕੇ ਜਾਤੀ ਦਾ ਗਰਭ ਨਾ ਕੱਢਿਓ, ਨਹੀਂ ਤਾਂ ਕਹਿੰਦੇ ਭਾਈ ਕਰਤੂਤ ਪਸ਼ੂ ਕੀ ਮਾਨਸ ਜਾਤ। ਲੋਕ ਪਚਾਰੇ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਨ ਮਾਇਆ, ਛਪਸ ਨਹੀਂ ਕਛ ਕਰੇ ਛਪਾਇਆ। ਐਸੀ ਸਾਡੀ ਹਸਤੀ ਹੁੰਦੀ ਜਾ ਰਹੀ, ਸਾਨੂੰ ਰੱਤੀ ਮਾਤਰ ਭੇਦ ਨਹੀਂ ਲੱਗ ਰਿਹਾ, ਸਾਨੂੰ ਤਰਸ ਨਹੀਂ ਆ ਰਿਹਾ ਆਪਣਾ ਇੱਥੇ ਦੁਨੀਆ ਤੇ। ਐ ਗੁਰਸਿੱਖੋ ਤਰਸ ਖਾਓ, ਤਰਸ ਆਪਣੇ ਤੇ ਤਰਸ ਖਾਓ, ਬੱਚਿਆਂ ਤੇ ਤਰਸ ਖਾਓ, ਸਮਾਜ ਤੇ ਤਰਸ ਖਾਓ, ਦੁਨੀਆ ਤੇ ਤਰਸ ਖਾਓ। ਐਸੀ ਅਵਸਥਾ ਨੂੰ ਵਿਚਾਰ ਬੁੱਝੋ। ਕਹਿੰਦੇ ਜਿਵੇਂ ਬਾਦਸ਼ਾਹ ਦੇ ਉਸ ਵੇਲੇ ਬਚਨ ਚਾਰ ਅਟਲ ਹੋਏ, ਹੁਣ ਵੀ ਹੋਣੇ ਨੇ ਇਸ ਤਰ੍ਹਾਂ ਹੀ। ਧਿਆਨ ਰੱਖਣਾ ਉਸ ਗੱਲ ਨੂੰ ਸਿੰਘ ਜਨਾ ਰਹੇ ਨੇ। ਲੂਟੋ ਖਾਹੋ ਜੋ ਮਨ ਮਾਨੋ। ਕਹਿੰਦੇ ਭਾਈ ਹੁਣ ਇਹਨਾਂ ਨੂੰ ਛੱਡਿਓ ਨਾ, ਇਹ ਤੁਰਕ ਇਧਰੋਂ ਵੀ ਆ ਰਹੇ ਨੇ ਤੇ ਇਧਰੋਂ ਵੀ ਸਾਡੇ ਦੇ ਨੁਕਸਾਨ ਕਰ ਰਹੇ ਸੀ। ਇਹਨਾਂ ਨੂੰ ਛੱਡਿਓ ਨਾ, ਇੱਥੋਂ ਦਾ ਮਾਲ ਲੈ ਬਾਹਰ ਲੈ ਕੇ ਜਾ ਰਹੇ ਨੇ। ਤੁਹਾਨੂੰ ਪਤਾ ਜੇ ਅੱਜ ਇੰਗਲੈਂਡ ਖੜਾ ਹੋਇਆ, ਇਹ ਹਿੰਦੁਸਤਾਨ ਦੇ ਪੈਸਿਆਂ ਤੋਂ ਖੜਾ ਹੋਇਆ। ਤੁਹਾਨੂੰ ਪਤਾ 60 ਸ਼ਿਪਸ ਜੋ ਟਿੱਪੂ ਸੁਲਤਾਨ ਦੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਉੱਥੇ ਸੋਨਾ ਸੀ, ਚਾਂਦੀ ਸੀ, ਜੁਐਲ ਸੀ, ਇਹ ਸਭ 60 ਸ਼ਿਪਸ ਚੱਕ ਕੇ ਲੈ ਕੇ ਇਹਨਾਂ ਨੇ ਵਰਲਡ ਬੈਂਕ ਦਾ ਜਿਹੜਾ ਵੱਡਾ ਬੈਂਕ ਅਮਰੀਕਾ ਦਾ ਖੜਾ ਹੋਇਆ ਤੇ ਇੰਗਲੈਂਡ ਦਾ ਖੜਾ ਹੋਇਆ, ਉਹ ਉੱਥੋਂ ਦੀ ਕਰੰਸੀ ਦਾ ਖੜਾ ਹੋਇਆ, ਉਸ ਗੋਲਡ ਦਾ ਖੜਾ ਹੋਇਆ। ਯਾਦ ਰੱਖਿਓ, ਤੁਸੀਂ ਕਦੇ ਬੁੱਕਸ ਪੜ੍ਹ ਕੇ ਦੇਖਿਓ। ਸੋ ਦਾਸ ਨੇ ਤਾਂ PhD ਕੀਤੀ ਹੋਈ ਹੈ ਇਹਨਾਂ ਦੇ ਵਿੱਚ। ਧਿਆਨ ਰੱਖਣਾ ਦਾਸ ਵਕੀਲ ਹੈ ਜਿਹੜਾ ਤੁਹਾਡੇ ਮੂਹਰੇ ਬੇਨਤੀਆਂ ਕਰ ਰਿਹਾ ਹੈ। ਦਾਸ ਹਾਈ ਕੋਰਟ ਦਾ ਵਕੀਲ ਹੈ। ਸੋ ਦਾਸ ਨੇ ਸਾਰੀਆਂ ਚੀਜ਼ਾਂ ਦੇਖੀਆਂ ਨੇ, ਪੜ੍ਹੀਆਂ ਨੇ, ਇਸ ਰਾਸਤੇ ਥੈਂਦੀ ਅਸੀਂ ਨਿਕਲ ਰਹੇ ਹਾਂ। ਸੋ ਦਾਸ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ ਹੈ ਕਿ ਜੇ ਇਸ ਧਰਤੀ ਦੇ ਉੱਤੇ ਤੁਸੀਂ ਰਾਜ ਕਰਨਾ ਹੈ, ਆਪਣੇ ਆਪ ਨੂੰ ਸੰਭਾਲੋ, ਗੁਰਮਤਿ ਵਿੱਚ ਆ ਲੈ ਕੇ ਆਓ, ਡਿਸਪਲਿਨ ਵਿੱਚ ਆਓ। ਧਿਆਨ ਰੱਖਣਾ ਜਿਵੇਂ ਆਪਾਂ ਹੌਲੇ ਹੌਲੇ ਕਰਕੇ ਲੋਕਾਂ ਨੂੰ ਚੱਲਦੇ ਦੇਖ ਰਹੇ ਹਾਂ, ਇਹਨਾਂ ਵੀਰਾਂ ਨੂੰ ਰੋਕੋ। ਜਿੰਨਾ ਤੁਸੀਂ ਰੋਕੋਗੇ ਸੰਭਲਾਂਗੇ, ਜੇ ਨਹੀਂ ਰੋਕਾਂਗੇ ਇਹਨਾਂ ਨੇ ਤਾਂ ਉਖੜਨਾ ਉਖੜਨਾ, ਸਾਡੇ ਵੀ ਪੈਰ ਉਖਾੜ ਦੇਣਗੇ। ਐ ਗੁਰਸਿੱਖੋ, ਗੁਰਸਿੱਖੋ। ਸੋ ਆਓ ਇਤਿਹਾਸ ਨੂੰ ਅੱਗੇ ਲੈ ਕੇ ਤੁਰੀਏ। ਮਹਾਰਾਜ ਕੀ ਕਹਿੰਦੇ ਹਨ ਸਿੰਘ? ਦੋਹਰਾ ਸਿੰਘਣ ਮੈਂ ਨਵਾਬ ਜੋ ਕਪੂਰ ਸਿੰਘ ਜੀ ਨਾਮ। ਕਹਿੰਦੇ ਇੱਕ ਨਵਾਬ ਸੀ ਕਪੂਰ ਸਿੰਘ, ਜਿਨ੍ਹਾਂ ਦਾ ਜ਼ਿਕਰ ਆਪਾਂ ਕਰਕੇ ਆਏ, ਜਿਨ੍ਹਾਂ ਨੂੰ ਮਹਾਰਾਜ ਸਿੰਘਾਂ ਦੇ ਤੇ ਬੜੀ ਬਖਸ਼ਿਸ਼ ਸੀ। ਕਪੂਰ ਸਿੰਘ ਬੜੀ ਨਮਰਤਾ ਵਿੱਚ ਸੀ। ਜਿਸ ਵੇਲੇ ਉਹਨਾਂ ਨੂੰ ਨਵਾਬੀ ਦੇਣ ਲੱਗੇ ਨਾ, ਉਹਨਾਂ ਨੇ ਨਵਾਬੀ ਨੂੰ ਠੋਕਰ ਮਾਰਤੀ। ਕਹਿੰਦੇ ਭਾਈ ਮੇਰੀ ਸੇਵਾ ਨਾ ਮੇਰੇ ਤੋਂ ਹਟੇ, ਮੈਂ ਨਵਾਬੀ ਲੈ ਕੇ ਕੀ ਕਰਨੀ ਹੈ? ਘੋੜਿਆਂ ਦੀ, ਉਹ ਸਿੰਘਾਂ ਦੇ ਘੋੜਿਆਂ ਦੀ ਲਿੱਤ ਸਾਫ਼ ਕਰਦੇ ਸੀ। ਧਿਆਨ ਅਸਤਬਦ ਸਾਫ਼ ਕਰਦੇ ਹੁੰਦੇ, ਸੇਵਾ ਕਰਦੇ ਹੁੰਦੇ ਸੀ। ਕਹਿੰਦੇ ਤੁਸੀਂ ਮੈਥੋਂ ਸੇਵਾ ਖੋਲੋਗੇ, ਮੈਨੂੰ ਨਵਾਬੀ ਦੇ ਕੇ, ਮੈਨੂੰ ਨਵਾਬੀ ਦੀ ਲੋੜ ਨਹੀਂ, ਮੈਨੂੰ ਸੇਵਾ ਵਿੱਚ ਰਹਿਣ ਦਿਓ। ਧਿਆਨ ਰੱਖਣਾ ਐਸੀ ਉੱਚ ਅਵਸਥਾ। ਕਹਿੰਦੇ ਜਿਹੜੇ ਆਪਣੇ ਆਪ ਨੂੰ ਨੀਵਾਂ ਤੋਂ ਨੀਵਾਂ ਸਮਝਦੇ ਸੀ, ਆਖੋ ਸਤਨਾਮ। ਕਹਿੰਦੇ ਐਸੀ ਉੱਚੀ ਅਵਸਥਾ ਹੁੰਦੀ ਹੈ ਸਿੱਖਾਂ ਦੀ। ਕਹਿੰਦੇ ਉਹ ਕਪੂਰ ਸਿੰਘ ਦਾ ਜ਼ਿਕਰ ਕਰ ਰਹੇ ਨੇ। ਸਭ ਸਿੰਘਣ ਸੋ ਤਿੰਨ ਕਹੀ, ਬਣੂ ਸਿੰਘਣ ਬੜ ਕਾਮ। ਕਹਿੰਦੇ ਭਾਈ ਹੁਣ ਸਿੰਘਾਂ ਦਾ ਜਿਹੜਾ ਬੁਰਾ ਕਾਮ ਸੀ, ਕਹਿੰਦੇ ਉਹ ਹੁਣ ਬਣ ਜਾਏਗਾ। ਕਹਿੰਦੇ ਉਹਨਾਂ ਨੇ ਕਪੂਰ ਸਿੰਘ ਉਸ ਵੇਲੇ ਐਸਾ ਸੀ, ਮਹਾਰਾਜ ਦਾ ਸੇਵਕ ਸੀ। ਗੁਰ ਕਹਿ ਕਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਤਿ ਆਵੇ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਹੈ ਕਾਰਜ ਰਾਜ ਸੇਵਾ ਕਰਤ ਹੋਏ ਨਹਿ ਕਾਮੀ। ਜਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ
ਗੁਰ ਕੀ ਮਤ ਲੈ ਐਸੀ ਮਤ ਸੀ ਉਹਨਾਂ ਦੀ। ਧਿਆਨ ਰੱਖ, ਕਹਿੰਦੇ ਜਿਸ ਵੇਲੇ ਵਚਨ ਬੋਲਦੇ ਸਾਰਾ ਖਾਲਸਾ ਪੰਥ ਜਿਸ ਵੇਲੇ ਇਕੱਠਾ ਹੁੰਦਾ, ਸਾਲ ਵਿੱਚ 2 ਵਾਰ ਇਕੱਠੇ ਹੁੰਦੇ ਸੀ। ਧਿਆਨ ਰੱਖਣਾ, ਕਹਿੰਦੇ ਜਿਸ ਵੇਲੇ ਇਕੱਠੇ ਹੁੰਦੇ ਤੇ ਭਾਈ ਸਾਹਿਬ ਭਾਈ ਕਪੂਰ ਸਿੰਘ ਜੋ ਨਵਾਬ ਬਣਾਏ ਸੀ, ਸਿੰਘਾਂ ਨੇ ਬਣਾਏ ਸੀ, ਕਹਿੰਦੇ ਉਹਨਾਂ ਦਾ ਬਚਨ ਆਏ ਸੁਣਦੇ ਸਨ। ਕਪੂਰ ਸਿੰਘ ਜਬ ਜੋਂ ਕਹੀ ਸਿੰਘਣ ਸਭਨ ਸੁਣਾਏ। ਕਹਿੰਦੇ ਜਿਸ ਵੇਲੇ ਕਪੂਰ ਸਿੰਘ ਨੇ ਇਹ ਗੱਲ ਕਹੀ ਸਾਰੇ ਸਿੰਘਾਂ ਨੂੰ ਸੁਣਾ ਕੇ ਸਤ ਸਤ ਸਭ ਕਹਿ ਉਠੇ ਕੁੰਨਸ ਕਰ ਸਿਰ ਨਿਆਏ। ਕੁੰਨਸ, ਕੁੰਨਸ ਕਹਿੰਦੇ ਨੇ ਨਮਸਕਾਰ ਨੂੰ। ਧਿਆਨ ਰੱਖ, ਕਹਿੰਦੇ ਜਿਸ ਵੇਲੇ ਭਾਈ ਸਾਹਿਬ ਬੋਲੇ ਕਹਿੰਦੇ ਸੱਤ ਹੈ ਤੁਹਾਡੇ ਬਚਨ ਬਿਲਕੁਲ ਸੱਤ ਨੇ। ਸਾਰੇ ਸਿੰਘ ਇਕੱਠੇ ਹੋ ਗਏ, ਜਿਹੜੇ ਵੱਖਰੇ ਵੱਖਰੇ ਮਿਸਲਾਂ ਦੇ ਆਏ ਸੀ ਨਾ, ਉਹ ਸਾਰੇ ਇਕੱਠੇ ਹੋ ਕੇ ਕਹਿੰਦੇ ਭਾਈ ਸਾਹਿਬ ਤੁਹਾਡਾ ਬਚਨ ਬਿਲਕੁਲ ਸੱਤ ਹੈ। ਉਹਨੂੰ ਨਮਸਕਾਰ ਕੀਤਾ। ਚੌਪਈ ਦਿੱਲੀ ਲੂਟ ਕਹਾਂ ਲੋ ਗਣੀਐ। ਕਹਿੰਦੇ ਦਿੱਲੀ ਦੀ ਲੂਟ ਕਿੱਥੋਂ ਤੱਕ ਤੁਹਾਨੂੰ ਗਣ ਕੇ ਸੁਣਾਈਏ, ਕਹਿੰਦੇ ਕੈਸਾ ਨਾਦਰ ਸ਼ਾਹ ਨੇ ਲੁੱਟਿਆ। ਪਦਮ ਰੁਪਈਏ ਲੈ ਗਇਓ ਸੁਣੀਐ। ਕਹਿੰਦੇ ਬੜੇ ਬੜੇ ਪਦਮ, ਧਿਆਨ ਰੱਖਣਾ, ਰੁਪਈਏ ਕਹਿੰਦੇ ਨਾਦਰ ਸ਼ਾਹ ਦਿੱਲੀ ਤੋਂ ਲੁੱਟ ਕੇ ਲੈ ਗਏ। ਕਹਿੰਦੇ ਐਸਾ ਤੁਹਾਨੂੰ ਕਿਹੜੀ ਕਿਹੜੀ ਗੱਲ ਸੁਣਾਈਏ। ਤੋਹਫੇ ਥੇ ਜੋ ਹਿੰਦ ਮੈਂ ਸਾਰੇ। ਜਿੰਨੇ ਹਿੰਦ ਵਿੱਚ, ਤੁਸੀਂ ਤੇ ਯਾਦ ਰੱਖੋ ਜਦੋਂ ਵੀ ਕੋਈ ਰਾਜੇ ਮਹਾਰਾਜੇ ਕਿਸੇ ਨੂੰ ਮਿਲਣ ਜਾਂਦੇ ਨੇ, ਆ ਜਿੰਨੇ ਵੀ ਸਾਡੇ ਰਾਜੇ ਸੀ ਨਾ ਹਿੰਦੁਸਤਾਨ ਦੇ 562 ਸੀ, 562 ਪ੍ਰਿੰਸਲੀ ਸਟੇਟ ਸੀਗੇ। ਧਿਆਨ ਰੱਖਣਾ, ਜਿਸ ਵੇਲੇ ਵੀ ਕਰਾਊਨ ਉੱਥੋਂ ਆਉਂਦਾ, ਜਿਹੜਾ ਵੀ ਉਸ ਵੇਲੇ ਕਰਾਊਨ ਐਸਟੈਬਲਿਸ਼ਡ ਹੁੰਦਾ ਸੀਟ ਤੇ, ਜਿਸ ਵੇਲੇ ਹਿੰਦੁਸਤਾਨ ਆਉਂਦਾ ਸੀ, ਤੁਹਾਨੂੰ ਪਤਾ ਕੀ ਕਰਦੇ ਸੀ, ਸਾਰੇ 562 ਪ੍ਰਿੰਸਲੀ ਸਟੇਟਸ ਆਪਣੇ ਆਪਣੇ ਇਲਾਕੇ ਦੇ ਵਧੀਆ ਵਧੀਆ ਤੋਹਫੇ ਇਕੱਠੇ ਕੀਤੇ, ਉਹਨਾਂ ਨੂੰ ਭੇਟ ਕਰਦੇ। ਤੁਹਾਨੂੰ ਪਤਾ ਕੀ ਹੁਣ ਕਹਿੰਦੇ ਸੀ ਇਹਨਾਂ ਨੂੰ, ਪ੍ਰਿੰਸਲੀ ਰਾਜਿਆਂ ਨੂੰ? ਕਹਿੰਦੇ ਜੀ ਇਹ OSD ਨੇ। OSD ਦਾ ਅਰਥ ਹੈ ਉਹਨਾਂ ਦੇ ਰਾਜੇ ਕਰਾਊਨ ਦੇ ਇਹ ਸੇਵਕ ਨੇ ਸਾਰੇ। ਐਸੇ ਕਹਾਉਂਦੇ ਸੀ ਆਪਣੇ ਆਪ ਨੂੰ, ਇਹਨਾਂ ਨੂੰ ਬੜਾ ਹੀ ਮਾਣ ਹੁੰਦਾ ਸੀ। ਇਹ 562 ਪ੍ਰਿੰਸਲੀ ਸਟੇਟ ਦੇ ਰਾਜੇ ਐਂ ਬਹਿ ਜਾਂਦੇ, ਇਹਨਾਂ ਦੇ ਵਿੱਚ ਇੱਕ ਅੰਗਰੇਜ਼ ਬਹਿ ਜਾਂਦਾ ਕੁੱਤਾ। ਧਿਆਨ ਰੱਖ, ਇੱਕ ਬਹਿ ਜਾਂਦਾ, ਉਹਨੂੰ ਨਹੀਂ ਭਜਾ ਸਕੇ। ਧਿਆਨ ਰੱਖ, ਕਿਉਂਕਿ ਉਹਨਾਂ ਦੇ ਡਿਸਪਲਿਨ ਬਹੁਤ ਸੀਗੇ, ਉਹ ਆਰਡਰਲੀ ਚੱਲਦੇ ਸੀਗੇ। ਉਹ ਜਦੋਂ ਬੋਲਦੇ ਸੀ ਤੇ ਉਹਨਾਂ ਦੇ ਲੋਕ ਮੰਨਦੇ ਸੀ। ਸਾਡੇ ਲੋਕ ਜਥੇਦਾਰ ਦੀ ਨਹੀਂ ਮੰਨਦੇ। ਸਾਡੇ ਲੋਕ ਜਿਹੜਾ ਜਿਹਨੂੰ ਆਪਾਂ ਆਪ ਬਣਾਉਂਦੇ ਨਾ ਕਿ ਤੂੰ ਮੁਖੀ ਹੈ, ਉਹਦੀ ਗੱਲ ਅਸੀਂ ਮੁਨਕਰ ਹੋ ਜਾਂਦੇ, ਉਹਦੀ ਵੀ ਮੁਨਕਰ ਹੋ ਜਾਂਦੇ। ਧਿਆਨ ਰੱਖ, ਸਾਡੇ ਵਿੱਚ ਡਿਸਿਪਲਿਨ ਹੀ ਨਹੀਂ ਹੈ। ਅਸੀਂ ਇੱਕ ਦੂਜੇ ਦੀ ਪੈਰ ਖਿੱਚਦੇ ਹਾਂ। ਅਸੀਂ ਚਾਹੁੰਦੇ ਨਹੀਂ ਕਿ ਅਗਲਾ ਸਾਡਾ ਬੰਦਾ ਸਾਡੇ ਤੋਂ ਉੱਪਰ ਹੋ ਜੇ। ਇਹ ਖੁਸ਼ੀ ਨਹੀਂ ਨਿਕਲਦੀ ਸਾਡੇ ਮਨ ਵਿੱਚ ਕਿ ਇਹ ਸਾਡੇ ਚੋਂ ਤਰੱਕੀ ਕਰ ਰਿਹਾ ਹੈ ਤੇ ਆਪਾਂ ਇਹਨੂੰ ਸਹਾਰਾ ਦਈਏ। ਹੁਣ ਤੇ ਮੇਰਾ ਜ਼ੋਰ ਸੀ, ਹੁਣ ਮੈਂ ਬੁੱਢਾ ਹੋ ਗਿਆ, ਚਲੋ ਆਪਾਂ ਇਹਨਾਂ ਨੂੰ ਅੱਗੇ ਲੈ ਕੇ ਚੱਲੀਏ। ਇਹ ਹੈ ਹੀ ਨਹੀਂ, ਬੁੱਢੇ ਜਗ੍ਹਾ ਛੱਡਦੇ ਨਹੀਂ, ਨਵਿਆਂ ਨੂੰ ਜਗ੍ਹਾ ਦਿੰਦੇ ਨਹੀਂ। ਧਿਆਨ ਰੱਖਣਾ, ਐਸੀ ਸਾਡੇ ਅੰਦਰ ਆਪਣੇ ਖੁਦਗਰਜ਼ੀ ਪੈਦਾ ਹੋ ਗਈ। ਕਹਿੰਦੇ ਭਾਈ ਐਸੀ ਅਵਸਥਾ ਸਿੰਘਾਂ ਦੀ ਹੁੰਦੀ ਸੀ, ਜਿਸ ਵੇਲੇ ਭਾਈ ਸਾਹਿਬ ਬੋਲਦੇ ਤੇ ਸਿੰਘ ਬੈਠ ਕੇ ਸੁਣਦੇ ਸਨ। ਕਹਿੰਦੇ ਐਸੇ ਲਾਹੌਰ ਦੇ ਵਿੱਚੋਂ ਕੀ ਕੁਛ ਲੈ ਕੇ ਗਿਆ, ਸੁਣੋ ਜ਼ਰਾ। 22 ਸੂਬਿਆਂ ਵਿੱਚ ਥੇ ਧਾਰੇ। ਕਹਿੰਦੇ 22 ਧਾਰ ਦੇ ਜਿਹੜੇ ਸੂਬੇ ਸਨ, ਤਖਤ ਤੋਂ ਉਪਸੀ 9 ਕੋਟਾ ਜੋ। ਕਹਿੰਦੇ ਉਹਨਾਂ ਦੇ ਕੋਲ 9 ਕੋਟਾ। ਆ ਨਾ 9 ਕੋਟਾ ਬਹੁਤ ਸ਼ਬਦ ਸੀ। ਇੱਥੇ ਇੱਕ ਲੁਧਿਆਣੇ ਇੱਕ ਥੀਏਟਰ ਹੁੰਦਾ ਸੀ, 9 ਲੱਖਾ ਕਹਿੰਦੇ ਸੀ ਉਹਨੂੰ। ਧਿਆਨ, ਜਿੱਥੇ ਵੀ ਵੱਡੇ ਵੱਡੇ ਚੀਜ਼ਾਂ ਹੁੰਦੀਆਂ ਸੀ, 9 ਲੱਖਾ ਹਾਰ ਹੁੰਦਾ ਸੀ ਇੱਕ। ਧਿਆਨ ਰੱਖ, ਕਹਿੰਦੇ 9 ਕਰੋੜ ਦਾ। ਕਹਿੰਦੇ ਭਾਈ ਇਹਨਾਂ ਦੇ ਕੋਲ ਐਸੀ ਅਵਸਥਾ ਪੈਸੇ ਸਨ। ਸੋਇਨਾ ਸੁਗੰਧੀ 100 ਦੁਏ ਤੋਲੇ ਹੋ। ਕਹਿੰਦੇ ਇਹਨਾਂ ਦੇ ਕੋਲ ਇੱਕ ਸੋਨਾ ਹੁੰਦਾ ਤੇ ਇੱਕ ਸੋਨਾ ਸੁਗੰਧੀ ਹੁੰਦਾ। ਕਹਿੰਦੇ ਉਹਦੇ 200 ਤੋਲੇ ਸਨ ਇਹਨਾਂ ਕੋਲ। ਕਹਿੰਦੇ ਬਹੁਤ ਮੁਸ਼ਕਲ ਨਾਲ ਬਣਦਾ ਹੈ ਸੋਨਾ ਸੁਗੰਧੀ। ਕਹਿੰਦੇ ਸੋਨਾ ਤਾਂ ਆਮ ਪਹਿਲਾਂ ਸੋਨਾ ਹੀ ਬੜੀ ਮੁਸ਼ਕਲ ਨਾਲ ਬਣਦਾ ਹੈ। ਕਹਿੰਦੇ ਉਹਦੇ ਵਿੱਚੋਂ ਕਹਿੰਦੇ ਇੱਕ ਸੋਨਾ ਸੁਗੰਧੀ ਸੀ। ਕਹਿੰਦੇ ਜਿਸ ਸੋਨੇ ਨੂੰ ਕੋਈ ਬੰਦਾ ਪਾ ਲੈਂਦਾ ਨਾ, ਥੋੜਾ ਜਿਹਾ ਵੀ, ਛੋਟਾ ਜਿਹੀ ਰਿੰਗ ਪਾ ਲੈਂਦਾ ਜਾਂ ਕੋਈ ਵੀ ਚੇਨ ਪਾ ਲੈਂਦਾ, ਉਹਦੀ ਖੁਸ਼ਬੂ ਆਉਂਦੀ ਹੁੰਦੀ ਸੀ। ਐਸਾ ਉਹ ਆ ਜਿਹੜੇ ਹੁਣ ਵੀ ਸ਼ਸਤਰ ਨੇ ਨਾ, ਸ਼ਸਤਰ ਇੱਕ ਤੁਹਾਨੂੰ ਦਿਖਾਵਾਂਗੇ ਕਦੇ, ਜਿਹੜੇ ਮਹਾਰਾਜ ਦੇ ਟਾਈਮ ਤੇ ਸ਼ਸਤਰ ਹੁੰਦੇ ਸੀਗੇ। ਇੱਕ ਸ਼ਸਤਰ ਇੱਕ ਟਨ ਲੋਹੇ ਤੋਂ ਬਣਦਾ ਸੀ। ਤੁਹਾਨੂੰ ਪਤਾ, ਇੱਕ ਟਨ। ਉਹਨੂੰ ਕੁੱਟਦੇ ਰਹਿੰਦੇ ਉਹਨੂੰ ਕਹਿੰਦੇ ਇਹਦੇ ਜੌਹਰ ਪੈ ਗਿਆ। ਜੌਹਰ ਕਹਿੰਦੇ ਸੀ। ਉਹ ਸ਼ਸਤਰ ਦੀ ਮਾਲ ਐਸੀ ਹੁੰਦੀ ਸੀ ਕਿ ਜਦੋਂ ਸ਼ਸਤਰ ਚੱਲਦਾ ਤੇ ਪਿੰਜਰਾ ਲਾ ਦਿੰਦਾ, ਜਿਵੇਂ 6ਵੇਂ ਪਾਤਸ਼ਾਹ ਨੇ ਪੈਂਦੇ ਖਾਂ ਦਾ ਲਾਤਾ ਸੀ। ਧਿਆਨ, ਕਹਿੰਦੇ ਪਿੰਜਰਾ ਹੁੰਦਾ ਨਾ ਸਰੀਰ ਦਾ, ਕਹਿੰਦੇ ਬੋਨਸ ਨੂੰ ਕੱਟ ਦਿੰਦਾ ਸੀ। ਐਸਾ ਉਹ ਲੋਹਾ ਹੁੰਦਾ ਸੀ, ਫਲਾਦ ਕਹਿੰਦੇ ਨੂੰ।
ਅੱਜ ਵੀ ਸ਼ਸਤਰ ਐਸੇ ਸ਼ਸਤਰ ਹੈਗੇ ਨੇ ਸਿੰਘਾਂ ਕੋਲ ਜਿਹਨੂੰ ਦੁੱਪੜ ਕਹਿੰਦੇ ਨੇ, ਫੌਲਾਦ ਦੇ ਕਹਿੰਦੇ ਜਿਹੜੇ ਜੌਹਰੀ ਹੁੰਦੇ ਨੇ ਜਿਹਦੇ 'ਚ ਮਾਲਾ ਹੁੰਦੀ ਹੈ, ਸੱਜੀ ਤੇ ਖੱਬੀ ਮਾਲਾ ਹੁੰਦੀ ਹੈ, ਧਿਆਨ ਰੱਖਣਾ, ਪੁੱਠੀ ਤੇ ਸਿੱਧੀ ਮਾਲਾ, ਕਹਿੰਦੇ ਉਹ ਸ਼ਸਤਰ ਅੱਜ ਬਹੁਤ ਘੱਟ ਨੇ ਲੋਕਾਂ ਦੇ ਕੋਲ। ਅੱਜ ਕੱਲ੍ਹ ਤਾਂ ਹੱਥ ਦੇ ਬਣੇ ਹੋਏ ਦੂਜੇ ਚੱਲ ਰਹੇ ਨੇ ਨਾ, ਜਿਹੜੇ ਪੁਰਾਤਨ ਸ਼ਸਤਰ ਸੀ ਤੇ ਇੱਕ ਬੰਦਾ ਜਿਹੜਾ ਕਾਰੀਗਰ ਹੁੰਦਾ ਸੀ ਸਾਰੀ ਜ਼ਿੰਦਗੀ ਲਗਾ ਦਿੰਦਾ ਸੀ ਬਣਾਉਂਦੇ ਆ, ਬਣਾ ਕੇ ਫਿਰ ਰਾਜੇ ਨੂੰ ਇੱਕ ਸ਼ਸਤਰ ਪੇਸ਼ ਹੇਠਾਂ ਕਰਦਾ ਸੀ ਤੇ ਰਾਜੇ ਉਹਨੂੰ ਕੀ ਦਿੰਦੇ ਸੀ ਤੁਹਾਨੂੰ ਪਤਾ ਹੈ? ਜ਼ਮੀਨ ਜਾਇਦਾਦ ਦਿੰਦੇ ਸੀ ਤੇ ਉਹਦਾ ਫਿਰ ਪਰਿਵਾਰ ਪਲਦਾ ਹੁੰਦਾ ਸੀ ਉਸ ਸ਼ਸਤਰ ਤੋਂ। ਆਖੋ ਸਤਨਾਮ। ਐਸੇ ਸ਼ਸਤਰ ਕੀਮਤੀ ਸ਼ਸਤਰ ਸੀ। ਕਹਿੰਦੇ ਭਾਈ ਐਸੇ ਇਹ ਉੱਥੇ ਉਹਨਾਂ ਦੇ ਕੋਲ ਇਤਨੇ 22 ਧਾਰ ਦੇ ਰਾਜਿਆਂ ਕੋਲ ਇਤਨਾ ਖਜ਼ਾਨਾ ਸੀ। ਇੱਕ ਹੀਰਾ ਥਾ ਪੰਡਵਨ ਵਾਲੋ, ਕਹਿੰਦੇ ਇੱਕ ਹੀਰਾ ਸੀ ਉਹਨਾਂ ਦੇ ਕੋਲ। ਦੋ ਕਹੈ ਕੋ ਬੜ ਥੋ ਲਾਲੋ, ਕਹਿੰਦੇ ਉਹਦੇ ਵਿੱਚ ਕਹਿੰਦੇ ਐਸੀ ਤਾਕਤ ਸੀ। ਕਹਿੰਦੇ ਇੱਕ ਪਾਸੇ ਕਹਿੰਦੇ ਜੋ ਵੀ ਆਪਾਂ ਉਹਨੂੰ ਕਹਿੰਦੇ ਸੀ ਨਾ ਕਿ ਇਹਦਾ ਰੋਸ਼ਨੀ ਕੈਸੀ ਹੋਵੇ, ਗੁਲਾਬੀ ਹੀਰਾ ਸੀ, ਗੁਲਾਬੀ, ਧਿਆਨ ਰੱਖਣਾ। ਇੱਕ ਪਾਸੇ ਉਹਦੀ ਗੁਲਾਬੀ ਲਾਈਟ ਹੁੰਦੀ ਸੀ, ਇੱਕ ਪਾਸੇ ਉਹਦਾ ਚਿੱਟਾ ਚਾਨਣ ਹੁੰਦਾ ਸੀ। ਇਤਨਾ ਕੀਮਤੀ ਜਿਹੜਾ ਕੋਹੀਨੂਰ ਸੀ ਨਾ, ਇੱਕ ਕੋਹੀਨੂਰ, ਕਹਿੰਦੇ ਇਹ ਹਿੰਦੁਸਤਾਨ ਦੇ ਉਸ ਗੋਲਕੁੰਡੇ ਤੋਂ ਨਿਕਲਿਆ ਸੀ ਜਿਹਨੂੰ ਲੋਕ ਪਹਿਲਾਂ ਲੈ ਕੇ ਚਲੇ ਗਏ, ਫਿਰ ਇਹ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਵੀ ਰਿਹਾ, ਧਿਆਨ ਰੱਖਣਾ। ਫਿਰ ਉੱਥੋਂ ਜਾ ਕੇ ਸ਼ਾਹ ਸ਼ੁਜਾ ਤੋਂ ਲੈ ਕੇ ਫਿਰ ਇਹ ਕੋਹੀਨੂਰ ਹੀਰਾ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਤੱਕ ਆਇਆ। ਉਸ ਤੋਂ ਬਾਅਦ ਬਾਬਾ ਦਲੀਪ ਸਿੰਘ ਤੋਂ ਕਹਿੰਦੇ ਭਾਈ ਜਿਹੜਾ ਇਹਨਾਂ ਦਾ ਬੇਟਾ ਸੀਗਾ ਜਿੰਦਾ ਦਾ ਬੱਚਾ, ਇੱਥੋਂ ਫਿਰ ਇਹ ਇੰਗਲੈਂਡ ਲੈ ਗਏ। ਉਹਦੇ ਟੁਕੜੇ ਕਰਾ ਕੇ ਕਰਾਊਨ ਨੇ ਆਪਣੀ ਲੈਬ ਉਸ 'ਤੇ ਲਾਇਆ ਹੋਇਆ, ਯਾਦ ਰੱਖਣਾ। ਜਿਹੜੀ ਐਲਿਜ਼ਬeth ਸੀ ਉਹਨੇ ਆਪਣੇ ਕਰਾਊਨ 'ਚ ਗੱਢ ਲਿਆ। ਅੱਜ ਵੀ ਤੁਸੀਂ ਜਾ ਕੇ ਦੇਖੋ ਤਾਂ ਉੱਥੇ ਉਹਨਾਂ ਦਾ ਬਰਮਿੰਘਮ ਪੈਲੇਸ ਵਿੱਚ ਪਿਆ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਐਸੇ ਕੀਮਤੀ ਹੀਰੇ ਸਨ। ਉਸ ਸੋ ਸ਼ਾਹੋਂ ਰੈਨ ਪੜੇ ਕੁਰਾਨ, ਕਹਿੰਦੇ ਉਹ ਇਤਨਾ ਤਾਕਤ ਉਹ ਹੀਰਾ ਸੀ ਕਿ ਉਹ ਤੋਂ ਕਹਿੰਦੇ ਰਾਜਾ ਜਿਹੜਾ ਔਰੰਗਜ਼ੇਬ ਸੀ ਨਾ, ਉਹਦੀ ਰੋਸ਼ਨੀ ਦੇ ਵਿੱਚ ਕੁਰਾਨ ਸ਼ਰੀਫ ਪੜ੍ਹਦਾ ਹੁੰਦਾ ਸੀ। ਧਿਆਨ ਰੱਖਣਾ। ਉਸ ਵੇਲੇ ਲਾਈਟਾਂ ਜਿਵੇਂ ਹੁਣ ਆਹ ਲਾਈਟਾਂ ਤੁਹਾਡੀ ਇਲੂਮੀਨੇਟ ਹੋ ਰਹੀਆਂ ਨੇ, ਐਸੇ ਜਨਰੇਟਰ ਨਹੀਂ ਹੁੰਦੇ ਸੀ, ਧਿਆਨ ਰੱਖਣਾ। ਉਸ ਵੇਲੇ ਦੀਵੇ ਜਲਾਉਂਦੇ, ਕੋਈ ਐਸਾ ਜਲਾਉਂਦੇ, ਕਹਿੰਦੇ ਉਹ ਹੀਰੇ ਦੀ ਐਸੀ ਰੋਸ਼ਨੀ ਸੀ। ਕਹਿੰਦੇ ਉਸ ਚਮਕ ਦੇ ਨਾਲ ਬੈਠ ਕੇ ਉਹ ਕੁਰਾਨ ਸ਼ਰੀਫ ਪੜ੍ਹਦਾ ਹੋਊਗਾ। ਤੁਸੀਂ ਅੰਦਾਜ਼ਾ ਲਗਾਓ ਕਿਤਨੀ ਉਹਦੀ NCU ਇਲੂਮੀਨੇਸ਼ਨ ਉਹਦੀ ਹੋਏਗੀ, ਧਿਆਨ ਰੱਖਣਾ। ਉਹਦੀ ਕਿਤਨੀ ਪ੍ਰਕਾਸ਼ ਹੋਏਗਾ ਜਿਹਦੇ ਸਹਾਰੇ ਕੁਰਾਨ ਸ਼ਰੀਫ ਬੈਠ ਕੇ ਉਹ ਰਾਜਾ ਪੜ੍ਹਦਾ ਹੁੰਦਾ ਸੀ ਔਰੰਗਜ਼ੇਬ। ਹੈ ਚਰਚਾ ਜੈ ਮੱਧ ਜਹਾਨ, ਕਹਿੰਦੇ ਉਸ ਵੇਲੇ ਬਹੁਤ ਚਰਚਾ ਸੀ ਸਾਰੇ ਮੱਧ ਜਹਾਨ ਵਿੱਚ, ਸਾਰੇ ਵਿੱਚ ਤਾਂ ਹਿੰਦੁਸਤਾਨ ਦੇ ਵਿਚਾਰਲੀ ਧਰਤੀ ਤੱਕ ਉਹਦੀ ਚਰਚਾ ਹੁੰਦੀ ਸੀ। ਸੋ ਸਮੇਂ ਹੋ ਗਿਆ ਦਾਸ ਇੱਥੇ ਹੀ ਸਮਾਪਤੀ ਕਰਦਾ, ਕੱਲ੍ਹ ਨੂੰ ਆਪਾਂ ਇੱਥੋਂ ਅੱਗੇ ਚੱਲਾਂਗੇ। ਸੋ ਮਹਾਰਾਜ ਦਾ ਇਹ ਜ਼ਰੂਰ ਇਤਿਹਾਸ ਸੁਣੋ ਸਿੰਘਾਂ ਦਾ। ਐ ਗੁਰਸਿੱਖੋ, ਇਤਿਹਾਸ ਨਾਲ ਸਾਡਾ ਪਿਛੋਕੜ ਤੇ ਅੱਗਾ ਬਣਨਾ ਹੈ। ਸੋ ਇਤਿਹਾਸ ਦੀ ਵਿਚਾਰ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਬੇਅਦਬੀਆਂ ਤਰੁੱਟੀਆਂ ਰਹਿ ਗਈਆਂ ਹਨ। ਜਾਣ ਬੱਚਾ ਸਮਝ ਕੇ ਮਾਫ ਕਰਨਾ ਸੰਗਤ ਅਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਫਤਿਹ ਦਾ ਬਾਜਾ ਫਤਿਹ ਵਿੱਚ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।